सतनाम श्री वाहिगुरु साहिब जी। एक अदुति नानक देवा ओंकार गुर अंगद अपेवा। सतनाम गुर अमर प्यारे करता रामदास गुर बारे। पुरख गुरु अर्जन सुखदानी निरभौ हर गोबिंद बखानी। निर्वैर गुरु है श्री हर राय अकाल मूरत हर कृष्ण त्याये। अजूनी तेग बहादुर राय सैभं श्री दशमेश सहाय। गुर प्रसाद गुरु ग्रंथ ज्ञाना वाहे गुरु बंदन भगवाना। जिसमें आत्म ज्ञान है माणक भगत वैराग। श्री गुरु ग्रंथ साहिब उदद बंदो कर अनुराग। पूरा प्रभ आराध्या पूरा जाका नाम। नानक पूरा पाया पूरे के गुण गाओ। परम सत्कार योग सतगुरु जी दी साजी नवाजी हुए गुरु रूप साध संगत जी। सच्चे पातशाह ने बड़ी बख्शिश की है। संध्या समय महापुरखों के पावन अस्थान ते जुड़ करके परम पूजनीक विरक्त मूर्ति संत बाबा चेतन दास जी महाराज दे पावन अस्थान ते आदि गुरु जगत गुरु श्री गुरु ग्रंथ साहिब पातशाह महाराज दी अमृतमयी बाणी रबी बाणी धुर दरगाह तो आई हुई बाणी दी अमृतमयी विचार जो हर रोज ही आपां लड़ीवार सरवण कर रहे हाँ। सच्चे पातशाह ने बड़ी बख्शिश की है कि अमृतमयी बाणी दी विचार करन दा सुभाग बख्शे। ये रहमत है सतगुर दी जो उस दे गुण गाउण दा अकाल पुरख वाहिगुरु परमेश्वर दे गुण गाउण दा सुभाग आपां नूं मिल रहा है। महाराज ने अमृत बाणी विच वचन कीता हर रोज रहरास साहब विच पढ़दे हां। मिल साध संगत भज केवल नाम। जे तैनूं रब दे प्यारे गुरमुखां दी संगत मिले उन्हां नाल मिल के वाहिगुरु दे गुण गा। उस अकाल पुरख दी उस्तत कर। सच्चे पातशाह कृपा करदे ने आओ अमृतमयी बाणी दी विचार नाल जुड़िए।
ਸਭ ਮਾਈ ਭਾਈ ਸਤਿਗੁਰ ਦੇ ਚਰਨਾਂ ਦਾ ਧਿਆਨ ਧਰ ਕੇ ਨੂਰੀ ਤਸਵੀਰ ਸਤਿਗੁਰਾਂ ਦੀ ਆਪਣੇ ਹਿਰਦੇ ਵਿੱਚ ਵਸਾ ਕੇ ਸਤਿਗੁਰ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਓ। ਪਾਵਨ ਪਵਿੱਤਰ ਸ਼ਲੋਕ ਨੂੰ ਸਰਵਣ ਕਰੀਏ ਜੋ ਅੱਜ ਦੀ ਵਿਚਾਰ ਸਤਿਗੁਰੂ ਬਖਸ਼ਦੇ ਨੇ। ਸਭ ਮਾਈ ਭਾਈ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਜੋਰ ਜ਼ੁਲਮ ਫੂਲੈ ਘਨੋ ਕਾਚੀ ਦੇ ਬਿਕਾਰ ਅਹੰ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ। ਪੌੜੀ ਜੱਜਾ ਜਾਣੈ ਹਉ ਕਛ ਹੁਆ ਬਾਧਿਓ ਜਿਉ ਨਲਨੀ ਭ੍ਰਮ ਸੂਆ। ਜੋ ਜਾਣੈ ਹਉ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਸੁਦਾ ਜਿਉ ਫਿਰਤਾ। ਸਾਧ ਸੰਗ ਜਿਹ ਹਉਮੈ ਮਾਰੀ ਨਾਨਕ ਤਾ ਕਉ ਮਿਲੇ ਮੁਰਾਰੀ। ਇਹ ਪਾਵਨ ਪਵਿੱਤਰ ਜੋ ਬਚਨ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਇਸ ਪਾਵਨ ਪਵਿੱਤਰ ਬਚਨ ਅੰਦਰ ਗੁਰਮੁਖੋ ਬਹੁਤ ਡੂੰਘੀ ਗੱਲ ਸਾਨੂੰ ਬਹੁਤ ਸਹਿਜ ਤਰੀਕੇ ਨਾਲ ਸਮਝਾ ਰਹੇ ਨੇ। ਜਿਹੜੀ ਗੱਲ ਦਾ ਵਿਸਥਾਰ ਬਹੁਤ ਵੱਡਾ ਹੋ ਜਾਣਾ ਚਾਹੀਦਾ ਉਹ ਸਤਿਗੁਰ ਨੇ ਕਿਰਪਾ ਕੀਤੀ ਇਸ ਸ਼ਬਦ ਅੰਦਰ ਕੁਝੇ ਵਿੱਚ ਸਮੁੰਦਰ ਪਾ ਕੇ ਸਮਝਾ ਦਿੱਤਾ ਸਾਨੂੰ। ਸਤਿਗੁਰ ਕਹਿੰਦੇ ਇਹ ਜਿਹੜਾ ਜੀਵ ਹੈ ਨਾ ਇਹਦਾ ਇੱਕ ਸੁਭਾਅ ਬਣ ਚੁੱਕੇ ਔਰ ਉਸੇ ਸੁਭਾਅ ਕਰਕੇ ਇਹ ਜੀਵ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਹੁਣ ਸਤਿਗੁਰ ਨੂੰ ਪੁੱਛੇ ਮਹਾਰਾਜ ਕਿਹੜਾ ਸੁਭਾਅ ਹੈ, ਕਿਹੜੀ ਐਸੀ ਆਦਤ ਹੈ, ਕੀ ਇਹਦੇ ਵਿੱਚ ਔਗਣ ਹੈ ਜਿਹਦੇ ਕਰਕੇ ਇਹ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਨਾਲ ਇਹਦਾ ਮਿਲਾਪ ਕਿਉਂ ਨਹੀਂ ਹੁੰਦਾ? ਫਿਰ ਸਾਰੇ ਸਦਗ੍ਰੰਥਾਂ ਨੇ, ਸ਼ਾਸਤਰਾਂ ਨੇ, ਵੇਦਾਂ ਨੇ, ਸਿਮਰਤੀਆਂ, ਉਪਨਿਸ਼ਦਾਂ, ਗੀਤਾ, ਰਾਮਾਇਣ ਸਭ ਨੇ ਇਹ ਗੱਲ ਲਿਖੀ ਹੈ ਕਿ ਇਹ ਜੀਵ ਪਰਮਾਤਮਾ ਦਾ ਹੀ ਅੰਸ਼ ਹੈ। ਪਰਮਾਤਮਾ ਦਾ ਅੰਸ਼, ਈਸ਼ਵਰ ਅੰਸ਼ ਜੀਵ ਅਵਨਾਸੀ, ਚੇਤਨ ਅਮਲ ਸਹਿਜ ਸੁਖ ਰਾਸੀ। ਸ਼੍ਰੀ ਰਮਾਇਣ ਦਾ ਬਚਨ, ਸ਼੍ਰੀ ਨਾਰਦ ਪੁਰਾਣ ਦਾ ਬਚਨ ਹੈ ਇਤ ਦੇਹੰ ਭੂਤੰ ਜੀਵੰ ਸਨਾਤਨੇ। ਇਹ ਜੀਵ ਸਨਾਤਨ ਅੰਸ਼ ਹੈ ਭਗਵਾਨ ਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਭਗਤ ਕਬੀਰ ਜੀ ਦਾ ਬਚਨ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼। ਪਰਮਾਤਮਾ ਦੀ ਅੰਸ਼, ਪਰਮੇਸ਼ਰ ਦੀ ਅੰਸ਼ ਹੈ ਜੀਵ। ਇਹ ਪਰਮਾਤਮਾ ਦਾ ਅੰਸ਼ ਪਰ ਫਿਰ ਵੀ ਪਰਮਾਤਮਾ ਨਾਲੋਂ ਟੁੱਟਿਆ ਹੋਇਆ।
ਇਹਦੀ ਇੱਕ ਆਦਤ ਇਹਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੰਦੀ। ਇੱਕ ਔਗਣ, ਹੋਰ ਸਾਰੇ ਔਗਣ ਪਿੱਛੇ ਨੇ, ਉਹ ਇੱਕ ਵੱਡਾ ਔਗਣ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਔਗਣ ਪਤਾ ਕੀ ਹੈ? ਉਹਨੂੰ ਔਗਣ ਵੀ ਨਾ ਕਹੋ, ਬਾਣੀ ਨੇ ਤਾਂ ਉਹਨੂੰ ਰੋਗ ਕਿਹਾ। ਇਹਨੂੰ ਰੋਗ ਲੱਗਿਆ ਹੋਇਆ। ਕਿਹੜਾ ਰੋਗ? ਹਉਮੈ ਦਾ ਰੋਗ, ਹੰਕਾਰ ਦਾ ਰੋਗ। ਬਸ ਜੋ ਹਾਂ ਮੈਂ ਹਾਂ। ਮਹਾਰਾਜ ਕਹਿੰਦੇ ਨੇ ਜ਼ੋਰ ਜ਼ੁਲਮ ਫੂਲੇ ਕਾ ਨਾ। ਇਹ ਮਨੁੱਖ ਬਸ ਆਪਦਾ ਜ਼ੋਰ ਦਿਖਾ ਕੇ ਦੂਜੇ ਤੇ ਜ਼ੁਲਮ ਕਰਕੇ ਬੜਾ ਪ੍ਰਫੁੱਲਤ ਹੁੰਦਾ। ਮੈਂ ਪਤਾ ਨਹੀਂ ਕੀ ਤੀਰ ਮਾਰ ਲਿਆ। ਆਪ ਤੋਂ ਛੋਟੇ ਤੇ, ਕਿਸੇ ਗਰੀਬ ਤੇ 4 ਦਿਹਾੜੇ ਰੋਹਬ ਮਾਰ ਕੇ ਸਮਝਦਾ ਜ਼ੋਰ ਨਾਲ ਆਪਣੇ ਨਾਲ ਕਿਸੇ ਨੂੰ ਝੁਕਾ ਲਿਆ, ਮੈਂ ਪਤਾ ਨਹੀਂ ਕੀ ਬਣ ਗਿਆ। ਮਹਾਰਾਜ ਕਹਿੰਦੇ ਇਹ ਯਾਦ ਰੱਖ ਕਿ ਤੂੰ ਕਿਸੇ ਤੇ ਜ਼ੋਰ ਅਜਮਾਇਸ਼ ਕਰਦਾ, ਤੇਰੇ ਤੇ ਵੀ ਕਿਸੇ ਨੇ ਜ਼ੋਰ ਅਜਮਾਇਸ਼ ਕਰਨਾ ਜਮਾ ਨੇ। ਆ ਕੱਚੀ ਮਿੱਟੀ ਦੀ ਢੇਰੀ ਦਾ ਮਾਣ ਕਰਦਾ, ਹਉਮੈ ਕਰਦਾ। ਇੱਥੇ ਵੱਡੇ ਵੱਡੇ ਨਹੀਂ ਰਹੇ, ਚੱਲ ਗਏ। ਤੇ ਤੂੰ ਇਸੇ ਦੇ ਹੰਕਾਰ ਵਿਕਾਰ ਵਿੱਚ ਪੈ ਕੇ ਦੂਜਿਆਂ ਤੇ ਜ਼ੋਰ ਜ਼ੁਲਮ ਪਿਆ ਕਰਦਾ। ਦੂਜਿਆਂ ਤੇ ਇਤਨਾ ਜ਼ੁਲਮ ਕਰਦਾ, ਜ਼ੋਰ ਅਜਮਾਇਸ਼ ਕਰਕੇ ਖੁਸ਼ ਹੁੰਨੇ ਵੀ ਪਤਾ ਨਹੀਂ ਮੈਂ ਕੀ ਕਰ ਲਿਆ। ਅਹੰ ਬੁੱਧ ਬੰਧਨ ਪਰੇ। ਮਹਾਰਾਜ ਕਹਿੰਦੇ ਤੇਰਾ ਹੰਕਾਰ ਹੈ। ਜਦ ਤੂੰ ਕਿਸੇ ਨੂੰ ਝੁਕਾਉਣਾ ਚਾਹੁੰਦਾ, ਹੰਕਾਰ ਕਿਸੇ 'ਚ ਵੀ ਆ ਸਕਦਾ। ਹੰਕਾਰ ਧਨਵਾਨ 'ਚ ਵੀ ਹੋ ਸਕਦਾ, ਹੰਕਾਰ ਗਿਆਨਵਾਨ 'ਚ ਵੀ ਹੋ ਸਕਦਾ। ਗਿਆਨੀਆਂ ਨੂੰ ਵੀ ਹੰਕਾਰ ਹੋ ਜਾਂਦਾ, ਹਉਮੈ ਹੋ ਜਾਂਦੀ ਹੈ। ਭਾਰਤ ਦਾ ਇਤਿਹਾਸ ਹੈ, ਪੁਰਾਣੇ ਸਮੇਂ ਵਿੱਚ ਸਾਰੇ ਗਿਆਨੀ ਬਥੇਰਾ ਝਗੜਦੇ ਰਹੇ ਨੇ ਆਪਸ ਵਿੱਚ। ਇੱਕ ਦੂਜੇ ਤੋਂ ਵੱਡਾ ਕਹਾਉਣ ਵਾਸਤੇ। ਉਹ ਕਹਿੰਦਾ ਸੀ ਮੈਂ ਵੱਡਾ ਗਿਆਨੀ ਆ, ਉਹ ਕਹਿੰਦਾ ਸੀ ਮੈਂ। ਤਾਂ ਹੀ ਝਗੜਦੇ ਹੁੰਦੇ। ਔਰ ਇੱਕ ਦੂਜੇ ਦੇ ਗ੍ਰੰਥ ਖੋਹ ਲੈਂਦੇ, ਜਿਹੜਾ ਦੂਜੇ ਨੂੰ ਦੂਜਾ ਹਰਾ ਦਿੰਦਾ ਸ਼ਾਸਤਰ ਅਰਥ ਵਿੱਚ। ਇੱਕ ਦੂਜੇ ਨਾਲ ਗੋਸ਼ਟੀਆਂ ਹੁੰਦੀਆਂ। ਗੋਸ਼ਟੀ ਦੇ 3 ਵਿਧਾਨ ਲਿਖੇ ਨੇ: ਵਾਦ ਵਿਵਾਦ, ਮਤੰਡਾਵਾਦ ਤੇ ਜਲਪਾਵਾਦ। ਗੁਰਮੁਖ ਨੂੰ ਹੁਕਮ ਹੈ ਤੂੰ ਕਿਸੇ ਨਾਲ ਵਾਦ ਕਰ ਸਕਦਾ। ਵਾਦ ਵਿਚਾਰ ਨੂੰ ਕਹਿੰਦੇ ਨੇ। ਆਪ ਤੋਂ ਕੋਈ ਵੱਧ ਗਿਆਨੀ ਹੈ, ਉਹਦੇ ਨਾਲ ਵਿਚਾਰ ਕਰਾਂਗੇ ਕੋਈ ਗੁਣ ਮਿਲੂਗਾ। ਆਪ ਤੋਂ ਕੋਈ ਘੱਟ ਪੜ੍ਹਿਆ, ਉਹਦੇ ਨਾਲ ਵਿਚਾਰ ਕਰਾਂਗੇ, ਕਿਸੇ ਨੂੰ ਆਪਾਂ ਤੋਂ ਕੋਈ ਗੁਣ ਮਿਲ ਜੂਗਾ। ਗੁਣੀ ਗੁਣੀ ਮਿਲ ਲਾਹਾ ਪਾਵਸ। ਪਰ ਜਦ ਦੋਨੋਂ ਹੀ ਆਪਣੇ ਆਪ ਨੂੰ ਸ਼੍ਰੇਸ਼ਟ ਸਿੱਧ ਕਰਨਾ ਚਾਹੁੰਦੇ ਹੋਣ, ਉਦੋਂ ਫਿਰ ਵਾਦ ਨਹੀਂ ਰਹਿੰਦਾ, ਫਿਰ ਵਿਵਾਦ ਬਣ ਜਾਂਦਾ, ਝਗੜਾ ਬਣ ਜਾਂਦਾ, ਲੜਾਈ ਬਣ ਜਾਂਦੀ ਹੈ। ਔਰ ਫਿਰ ਉਹ ਵਿਵਾਦ ਤੋਂ ਅੱਗੇ ਵੱਧਦਾ ਵੱਧਦਾ ਜਲਪਾਵਾਦ ਬਣ ਜਾਂਦਾ। ਐਵੇਂ ਪਾਣੀ ਚ ਮਧਾਣੀ, ਬਸ ਸਭ ਦੀ ਗੱਲ ਵੱਡੀ ਕਰਨ ਵਾਸਤੇ ਝਗੜੀ ਜਾਣਾ। ਇਹ ਵਿਦਵਾਨਾਂ ਦਾ ਮਤ ਨਹੀਂ ਹੈ, ਇਹ ਗਿਆਨੀਆਂ ਦਾ ਰਸਤਾ ਨਹੀਂ। ਜਿਹੜੇ ਗਿਆਨੀ ਨੇ ਹੌਲੀ ਹੌਲੀ ਉਹ ਮਤੰਡਾਵਾਦ ਬਣ ਜਾਂਦਾ, ਝਗੜੇ ਤੇ ਗੱਲ ਆ ਉਤਰਦੀ ਹੈ। ਫਿਰ ਬੜੇ ਬੜੇ ਗਿਆਨੀਆਂ ਦੀਆਂ ਪੱਗਾਂ ਲੈ ਜਾਂਦੀਆਂ ਨੇ। ਲੜਾਈ ਹੋ ਗਈ, ਝਗੜਾ ਹੋ ਗਿਆ। ਜਿਹੜਾ ਵਿਦਵਾਨ ਪੁਰਸ਼ ਹੈ ਉਹ ਕਦੇ ਵਾਦ ਤੋਂ ਅੱਗੇ ਨਹੀਂ ਵੱਧਦਾ। ਵਿਚਾਰ ਤੱਕ ਠੀਕ ਹੈ, ਆਪਾਂ ਝਗੜਾ ਨਹੀਂ ਕਰਨਾ। ਤੁਹਾਡੀ ਮਤ ਤੁਹਾਡੇ ਨਾਲ ਹੈ, ਮੇਰੀ ਮਤ ਮੇਰੇ ਨਾਲ ਹੈ। ਇਹ ਵਿਦਵਾਨ ਦੀ ਨਿਸ਼ਾਨੀ ਹੈ, ਬਖਤੇ ਦੀ, ਸਿਆਣੇ ਦੀ ਨਿਸ਼ਾਨੀ ਹੈ। ਵਿਚਾਰ ਕੀਤੀ ਜਾ ਸਕਦੀ ਹੈ, ਕਿਸੇ ਵੀ ਗੱਲ ਤੇ ਹੋ ਸਕਦੀ ਹੈ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਹੰਕਾਰ ਦਾ ਰੋਗ ਹੈ ਨਾ, ਇਹ ਟਿਕਣ ਨਹੀਂ ਦਿੰਦਾ, ਵੱਡੇ ਵੱਡਿਆਂ ਨੂੰ ਲੜਾ ਦਿੰਦਾ।
ਔਰ ਇੱਥੇ ਹੰਕਾਰ ਦਾ ਹੀ ਚੱਲ ਰਿਹਾ ਸਾਰਾ ਬੋਲਬਾਲਾ। ਕੋਈ ਘੱਟ ਨਹੀਂ ਕਹਾਉਣਾ ਚਾਹੁੰਦਾ, ਸਭ ਵੱਧ ਕਹਾਉਣਾ ਚਾਹੁੰਦੇ ਨੇ। ਕੋਈ ਨਹੀਂ ਕਹਿੰਦਾ ਮੈਨੂੰ ਪਾਈਆ ਕਹਿ ਦੇ, ਸਭ ਕਹਿੰਦੇ ਨੇ ਪੂਰਾ ਸ਼ੇਰ ਕਹੀਂ। ਕਿਸੇ ਨੂੰ ਮਾੜਾ ਜਿਹਾ ਕਹਿ ਕੇ ਦੇਖ ਲਓ ਵੀ ਤੂੰ ਘੱਟ ਹੈ, ਤੂੰ ਘੱਟ ਸੇਵਕ ਹੈ, ਤੂੰ ਘੱਟ ਸਿੱਖ ਹੈ, ਜੇ ਨਾਲ ਦੀ ਨਾਲ ਨਾ ਝਗੜਾ ਹੋ ਜੇ। ਮਹਾਰਾਜ ਨੇ ਐਵੇਂ ਨਹੀਂ ਬਾਣੀ 'ਚ ਲਿਖਿਆ ਘੱਟ ਨਾ ਕਿਸੇ ਕਹਾਇਆ। ਕਿਉਂ ਨਹੀਂ ਘੱਟ ਕਹਾਉਂਦੇ? ਕਿਉਂਕਿ ਅੰਦਰ ਹਉਮੈ ਦਾ ਰੋਗ ਪਿਆ ਲੱਗਿਆ, ਅੰਦਰ ਹੰਕਾਰ ਹੈ। ਔਰ ਆਪਦੇ ਹੰਕਾਰ ਦੀ ਪੂਰਤੀ ਵਾਸਤੇ ਦੂਜੇ ਤੇ ਜ਼ੁਲਮ ਕਰਕੇ, ਦੂਜੇ ਤੇ ਜ਼ੋਰ ਅਜਮਾਇਸ਼ ਕਰਕੇ ਬੜਾ ਖੁਸ਼ ਹੁੰਦਾ ਬੰਦਾ, ਮੈਂ ਪਤਾ ਨਹੀਂ ਕੀ ਕਰ ਲਿਆ। ਬੇਸ਼ੱਕ ਆਪਣਾ ਦੋਸ਼ ਹੀ ਹੋਵੇ, ਫਿਰ ਵੀ ਕਹਿੰਦੇ ਨੇ ਝੁਕਾ ਲਵੋ ਆਪਾਂ। ਹੁਣ ਇਹ ਜ਼ੁਲਮ ਇਹ ਹੋ ਰਿਹਾ ਕਿ ਜੋ ਦੁਨੀਆ ਕਹਿ ਰਹੀ ਹੈ ਉਹ ਠੀਕ ਨਹੀਂ, ਤੇ ਸੜਕਾਂ ਤੇ ਰੋਲਿਆ ਜਾ ਰਿਹਾ ਹੈ। ਕਿਸਾਨੀ ਸਾਡੀ ਸੜਕਾਂ ਤੇ ਰੁਲ ਰਹੀ ਹੈ, ਜਵਾਨੀ ਬੁਢੇਪਾ ਸੜਕਾਂ ਤੇ ਰੁਲ ਰਿਹਾ, ਇੱਕ ਬੰਦੇ ਦੇ ਹੰਕਾਰ ਕਰਕੇ। ਬਸ ਹਉਮੈ ਹੈ, ਉਸੇ ਹੰਕਾਰ ਵਿੱਚ ਜ਼ੁਲਮ ਪਿਆ ਕਰਦਾ। ਜ਼ੁਲਮ ਹੈ ਸੜਕਾਂ ਤੇ ਰੋਲਣਾ। ਜ਼ੋਰ ਹੈ ਮੇਰੇ ਕੋਲ, ਦੇਸ਼ ਦੀ ਬਾਂਗ ਡੋਰ ਹੈ। ਮਹਾਰਾਜ ਜੀ ਕਹਿੰਦੇ ਨੇ ਮਤ ਸਮਝ ਇਹ ਸਦਾ ਰਹੇਗਾ, ਇਦੋਂ ਪਹਿਲਾਂ ਵੱਡੇ ਨਹੀਂ ਰਹੇ ਤੂੰ ਵੀ ਤੁਰ ਜਾਏਗਾ। ਕਾਚੀ ਦੇ ਬੇਕਾਰ, ਸਰੀਰ ਤਾਂ ਕੱਚੀ ਮਿੱਟੀ ਦਾ ਭਾਂਡ ਹੈ, ਹੰਕਾਰ ਕਿੰਨਾ ਚੱਕੀ ਫਿਰਦਾ। ਤੇ ਵੱਡੇ ਵੱਡੇ ਹੰਕਾਰੀ ਮਹਾਰਾਜ ਕਹਿੰਦੇ ਨੇ ਬਸ ਬੰਧਨਾਂ ਵਿੱਚ ਪੈ ਰਿਹਾ, ਇਹ ਤੇਰੀ ਹਉਮੈ ਨੇ, ਤੈਨੂੰ ਹੰਕਾਰ ਨੇ ਬੰਧਨ ਵਿੱਚ ਪਾਇਆ ਹੋਇਆ। ਦਿੱਤਾ ਮਾਨ ਮੁਨੀ ਮੁਨਬਰ ਗਲੇ, ਬੜੇ ਬੜੇ ਵਿਦਵਾਨ, ਬੜੇ ਬੜੇ ਬਲਵਾਨ, ਬੜੇ ਬੜੇ ਧਨਵਾਨ ਇਸ ਹਉਮੈ ਦੇ ਰੋਗ ਵਿੱਚੋਂ ਨਹੀਂ ਨਿਕਲ ਸਕੇ। ਇਹ ਰੋਗ ਹੀ ਐਸਾ ਹੰਕਾਰ ਦਾ ਲੱਗਿਆ ਹੋਇਆ। ਅਰ ਦੀਰਘ ਰੋਗ ਬਾਣੀ ਨੇ ਨੂੰ ਲਿਖਿਆ, ਬਹੁਤ ਲੰਮਾ ਰੋਗ ਹੈ, ਛੇਤੀ ਨਹੀਂ ਟੁੱਟਦਾ। ਆਪਾਂ ਜਿੰਨਾ ਕੁ ਥੋੜ੍ਹਾ ਬਹੁਤਾ ਸੇਵਾ ਸਿਮਰਨ ਕਰਦੇ ਹਾਂ, ਤੇ ਇਹ ਇਸ ਤਰ੍ਹਾਂ ਵੀ ਹੰਕਾਰ ਦੇ ਦਰਖਤ ਦੇ ਪੱਤੇ ਤੇ ਡਾਹਣੀਆਂ ਜਿਹੀਆਂ ਛਾਂਗਤੀਆਂ, ਜੜ ਤਾਂ ਅਜੇ ਰਹਿੰਦੀ ਹੈ ਨਾ। ਹੰਕਾਰ ਇਤਨਾ ਜ਼ਿਆਦੇ, ਹਉਮੈ ਇੰਨੀ ਜ਼ਿਆਦੇ ਹੈ, ਇਹ ਨਹੀਂ ਛੱਡੀ ਜਾਂਦੀ। ਔਰ ਡੁੱਬ ਜਾਂਦੇ ਨੇ ਇਹਦੇ ਵਿੱਚ ਪੈ ਕੇ। ਇਹ ਤੋਂ ਛੁਟਕਾਰਾ ਤਾਂ ਹੋਵੇ ਜੇ ਕੋਈ ਇਹਦੇ ਵਿੱਚੋਂ ਛਡਾਉਣ ਵਾਲਾ ਮਿਲੇ। ਨਹੀਂ ਤਾਂ ਸਤਿਗੁਰ ਕਹਿੰਦੇ ਜੱਜਾ ਜਾਣੈ ਹਉ ਕਿਛ ਹੂਆ, ਬਾਧਿਓ ਜਿਉ ਨਲਨੀ ਭ੍ਰਮ ਸੂਆ। ਸੂਆ ਕਹਿੰਦੇ ਨੇ ਤੋਤੇ ਨੂੰ। ਤੋਤਾ ਆਪਣੇ ਹੰਕਾਰ ਵਿੱਚ ਕਿ ਮੈਂ ਬਹੁਤ ਹੁਸ਼ਿਆਰ ਹਾਂ, ਆਪਣੇ ਹੰਕਾਰ ਵਿੱਚ ਕੜਿੱਕੀ ਵਿੱਚ ਫਸ ਜਾਂਦਾ। ਇਹ ਬੰਦਾ ਵੀ ਬਸ ਮੈਂ ਦੇ ਆਪਣੇ ਜਾਲ ਵਿੱਚ, ਆਪਣਾ ਬਣਾਇਆ ਹੋਇਆ ਜਾਲ ਹੈ, ਆਪੇ ਉਹਦੇ ਵਿੱਚ ਫਸਿਆ ਹੋਇਆ। ਜੱਜਾ ਜਾਣੈ ਹਉ ਕਛ ਹੂਆ, ਬਸ ਮੈਂ ਹਾਂ, ਮੈਂ ਕਰਨ ਵਾਲਾ ਹਾਂ, ਮੈਂ ਕਰਤਾ ਧਰਤਾ ਹਾਂ, ਮੇਰੇ ਬਿਨਾਂ ਨਹੀਂ ਹੋ ਸਕਦਾ। ਇੱਥੋਂ ਤੱਕ ਮਨੁੱਖ ਹੰਕਾਰ 'ਚ ਬੋਲਦਾ। ਉਹਨੂੰ ਪੁੱਛਣ ਵਾਲਾ ਹੋਵੇ ਤੂੰ ਜਨਮਿਆ ਹੋਵੇਂਗਾ 20-50 ਸਾਲ ਦਾ, ਉਦੋਂ ਪਹਿਲਾਂ ਕਿਵੇਂ ਹੁੰਦਾ ਸੀ? ਹੰਕਾਰੀ ਆਦਮੀ ਆਪਣੇ ਤੋਂ ਬਿਨਾਂ ਦੂਜੇ ਨੂੰ ਨਹੀਂ ਭਤੀਜਦਾ। ਅਰੇ ਮੂਰਖਤਾ ਦੀ ਨਿਸ਼ਾਨੀ ਵੀ ਲਿਖੀ ਹੈ, ਹੰਕਾਰ ਕਰਨਾ ਮੂਰਖ ਦਾ ਕੰਮ ਹੈ। ਔਰ ਮੂਰਖ ਕਦੇ ਕਿਸੇ ਨੂੰ ਕੁਛ ਨਹੀਂ ਸਮਝਦਾ, ਬਸ ਆਪਣੇ ਆਪ ਨੂੰ ਵੱਡਾ ਸਮਝੂਗਾ। ਕਿਸੈ ਨਾ ਬਧੈ ਆਪ ਅਹੰਕਾਰੀ, ਹੰਕਾਰ ਹੋ ਗਿਆ। ਜਿਤਨਾ ਚਿਰ ਇਹ ਮੈਂ ਦਾ ਜਾਲ ਟੁੱਟਦਾ ਨਹੀਂ, ਇਹ ਛੁੱਟ ਨਹੀਂ ਸਕਦਾ। ਮਹਾਰਾਜ ਕਹਿੰਦੇ ਜੋ ਜਾਣੈ ਹਉ ਭਗਤ ਗਿਆਨੀ। ਰਾਜ ਭਾਗ ਦਾ ਹੰਕਾਰ ਤਾਂ ਆਉਣੀ ਆਉਣਾ, ਇੱਥੇ ਗਿਆਨ ਦਾ ਤੇ ਭਗਤੀ ਦਾ ਹੰਕਾਰ ਵੀ ਆ ਜਾਂਦਾ।
ਅਰ ਬੜੇ ਬੜੇ ਯੋਗੀ ਹੰਕਾਰ ਵਿੱਚ ਫਸ ਕੇ ਰਹਿ ਗਏ। ਗੋਰਖਨਾਥ ਸਿੱਧਾਂ ਦਾ ਸਭ ਤੋਂ ਮਹਾਨ ਗੁਰੂ ਹੈ। 84 ਸਿੱਧਾਂ ਵਿੱਚ ਗੋਰਖ ਦਾ ਨਾਮ, 9 ਨਾਥਾਂ ਵਿੱਚ ਵੀ ਨਾਮ, 52 ਵੀਰਾਂ ਵਿੱਚ ਵੀ ਨਾਮ ਗੋਰਖ ਦਾ। ਬੜਾ ਵੱਡਾ ਵਿਦਵਾਨ, ਬਹੁਤ ਵੱਡੀ ਉਮਰ। ਜਦ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਿਲੇ ਸੀ ਨਾ ਗੋਰਖਨਾਥ ਨੂੰ, 250-300 ਸਾਲ ਦੀ ਉਮਰ ਸੀ ਉਹਦੀ। ਇੰਨਾ ਹੁੰਦੇ ਹੋਏ ਵੀ ਉਹ ਵੀ ਹੰਕਾਰੀ ਹੋ ਗਿਆ ਸੀ ਕਿ ਮੈਂ ਵੱਡਾ। ਕਹਿੰਦੇ ਨੇ ਜਦ ਕਾਸ਼ੀਪੁਰੀ ਦੇ ਵਿੱਚ ਸ਼੍ਰੋਮਣੀ ਭਗਤ ਕਬੀਰ ਜੀ ਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਰਹਿੰਦੇ ਸੀ। ਭਗਤ ਰਵਿਦਾਸ ਜੀ ਦੇ ਨਾਮ ਦਾ ਡੰਕਾ ਵੱਜਿਆ ਕਿ ਇੱਕ ਰਵਿਦਾਸ ਹੈ ਕਾਸ਼ੀ ਵਿੱਚ। ਉਹਨੇ ਗੰਗਾ ਦੇ ਜਲ ਤੇ ਆਪਣੀ ਪੱਥਰੀ ਤਾਰੀ ਹੈ। ਉਹਨੇ 4 ਯੁੱਗਾਂ ਦੇ ਜਨੇਊ ਆਪਣੇ ਅੰਦਰੋਂ ਕੱਢ ਕੇ ਦਿਖਾਏ ਨੇ। ਔਰ ਉਹ ਤੋਂ ਉਪਦੇਸ਼ ਲੈ ਕੇ ਮੇਵਾੜ ਦੇ ਰਾਜੇ ਰਤਨ ਸੈਨ ਦੀ ਪੁੱਤਰੀ ਮੀਰਾ ਬਾਈ ਉਹਦੀ ਚੇਲੀ ਬਣੀ ਹੈ। ਨਾਗਰਮਲ ਰਾਜੇ ਨੇ ਉਹਦੇ ਸਿਰ ਤੇ ਛਤਰ ਚਲਾਇਆ ਰਵਿਦਾਸ ਦੇ। ਇਹ ਸਾਰੀ ਵਡਿਆਈ ਦਾ ਪਤਾ ਲੱਗਿਆ ਗੋਰਖ ਨੂੰ। ਗੋਰਖ ਜੀ ਸੁਣ ਕੇ ਜਸ ਕਾਸ਼ੀ ਵਿੱਚ ਆ ਗਏ। ਕਾਸ਼ੀ ਦੇ ਰਾਜੇ ਦੇ ਬਾਗ ਵਿੱਚ ਆਸਣ ਲਾ ਲਏ, ਨਾਲ ਚੇਲੇ ਸੀ। ਉਹਨੇ ਸੁਨੇਹਾ ਦੇ ਕੇ ਭਗਤ ਕਬੀਰ ਜੀ ਨੂੰ ਬੁਲਾਇਆ। ਭਗਤ ਕਬੀਰ ਜੀ ਵੀ ਆ ਗਏ। ਮਹਾਂਪੁਰਸ਼ਾਂ ਦਾ ਦਰਸ਼ਨ ਹੁੰਦਾ ਔਰ ਸਤਪੁਰਸ਼ਾਂ ਦਾ ਮੇਲਾ ਤਾਂ ਬਰਮ ਨਜ਼ਾਰਾ ਬਣ ਜਾਂਦੇ। ਮਹਾਤਮਾ ਲੋਕ ਬੇਸ਼ੱਕ ਬਾਹਰੋਂ ਵੱਖਰੇ ਦੀਂਦੇ ਨੇ, ਪਰ ਇਹ ਖਰਬੂਜੇ ਵਰਗੇ ਹੁੰਦੇ ਨੇ। ਬਾਹਰੋਂ ਧਾਰੀਆਂ ਨੇ, ਵਿੱਚੋਂ ਇੱਕੋ ਹੀ ਨੇ। ਕੋਈ ਫਰਕ ਨਹੀਂ ਹੁੰਦਾ ਸੰਤਾਂ ਵਿੱਚ। ਕੋਈ ਨਿਰਮਲਾ ਹੈ, ਕੋਈ ਸੰਨਿਆਸੀ ਹੈ, ਕੋਈ ਬੈਰਾਗੀ ਹੈ, ਕੋਈ ਉਦਾਸੀ ਹੈ, ਕੋਈ ਕਿਸੇ ਸੰਪਰਦਾ ਦਾ, ਕੋਈ ਕਿਸੇ ਸੰਪਰਦਾ ਦਾ। ਸਾਰਿਆਂ ਦੀਆਂ ਜਿਹੜੀਆਂ ਅਭਿਵਿਅਕਤੀਆਂ ਨੇ ਉਹ ਵੱਖਰੀਆਂ ਨੇ, ਪਰ ਉਪਲਬਧੀ ਇੱਕੋ ਹੀ ਹੈ, ਪਰਮਾਤਮਾ ਤੱਕ ਮਿਲੇ ਹੋਏ ਨੇ। ਕੋਈ ਸੂਫੀ ਸੰਤ ਵੀ ਹੈ, ਕੋਈ ਗੁਰਮਤ ਵਿੱਚ ਧਾਰਨਿਕ ਸੰਤ ਵੀ ਹੈ। ਬਾਹਰੋਂ ਵੱਖਰੇ ਵੱਖਰੇ ਨੇ, ਅੰਦਰੋਂ ਇੱਕੋ ਹੀ ਨੇ। ਦੁਨੀਆ ਸੰਗਤਰੇ ਵਰਗੀ ਹੈ, ਬਾਹਰੋਂ ਇੱਕ ਦੀਂਦੀ ਹੈ, ਵਿੱਚੋਂ ਫਾੜੀਆਂ ਹੋਈਆਂ ਪਈਆਂ ਨੇ, ਪਾਟੇ ਪਏ ਨੇ ਇੱਕ ਦੂਜੇ ਨਾਲ। ਕਿਤੇ ਜਾਤ ਦੇ ਨਾਂ ਤੇ ਵੱਖਰੇ, ਕਿਤੇ ਗੋਤ ਦੇ ਨਾਂ ਤੇ ਵੱਖਰੇ, ਕਿਤੇ ਧਰਮ ਦੇ ਨਾਂ ਤੇ ਵੱਖਰੇ। ਆਪੋ ਆਪਦੇ ਹੰਕਾਰ ਕਰਕੇ ਵੀ ਵੱਖਰੇ ਵੱਖਰੇ ਨੇ, ਕਿਉਂਕਿ ਅੰਦਰ ਹੰਕਾਰ ਪਿਆ। ਕੋਈ ਕਿਸੇ ਨਾਲ ਜੁੜਨਾ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਇਹ ਮੇਰੇ ਨਾਲ ਜੁੜੇ, ਮੈਂ ਇਹਦੇ ਨਾਲ ਨਹੀਂ ਜੁੜਨਾ। ਹੰਕਾਰ ਇਹ ਹੈ ਨਾ, ਹਉਮੈ ਹੀ ਹੈ। ਗੋਰਖਨਾਥ ਆਇਆ, ਕਬੀਰ ਜੀ ਨੂੰ ਬੁਲਾ ਕੇ ਕਹਿੰਦਾ, ਮੈਂ ਸੁਣਿਆ ਇੱਥੇ ਕੋਈ ਸ਼੍ਰੋਮਣੀ ਭਗਤ ਰਵਿਦਾਸ ਹੋਇਆ, ਪਰਮਾਤਮਾ ਦਾ ਨੂਰ, ਔਰ ਮੈਂ ਉਹਦਾ ਜਸ ਵੀ ਬਹੁਤ ਸੁਣਿਆ ਵੀ ਬਹੁਤ ਵਡਿਆਈ ਹੈ। ਕਬੀਰ ਜੀ ਕਹਿੰਦੇ ਨੇ ਹਾਂ ਹੈਗਾ ਰਵਿਦਾਸ। ਤੇ ਗੋਰਖ ਕਹਿੰਦੇ ਮੈਨੂੰ ਦਰਸ਼ਨ ਕਰਾਓ। ਕਬੀਰ ਕਹਿੰਦੇ ਚਲੋ ਆਓ ਦਰਸ਼ਨ ਕਰਨ ਚੱਲਦੇ ਹਾਂ। ਰਸਤੇ ਵਿੱਚ ਤੁਰੇ ਜਾਂਦੇ ਜਾਂਦੇ ਗੋਰਖਨਾਥ ਜੀ ਦੇ ਮਨ 'ਚ ਹਉਮੈ ਨੇ ਜਨਮ ਲੈ ਲਿਆ। ਹੰਕਾਰ ਕਦੋਂ ਵੀ ਆ ਸਕਦਾ। ਹੰਕਾਰ 2 ਮਿੰਟਾਂ 'ਚ ਪੈਦਾ ਹੋ ਜਾਂਦਾ। ਹੰਕਾਰ ਨੂੰ ਬਾਹਲਾ ਚਿਰ ਨਹੀਂ ਲੱਗਦਾ। ਅਹੰਕਾਰ ਪਾਪਾਤਮਾ, ਜਦੋਂ ਬੰਦੇ 'ਚ ਹੰਕਾਰ ਆ ਜੇ, ਇਹ ਆਤਮਾ ਤੇ ਪਾਪ ਦਾ ਰੰਗ ਚੜਾ ਦਿੰਦਾ। ਹੰਕਾਰ ਕਦੋਂ ਵੀ ਆ ਸਕਦਾ। ਹੰਕਾਰ ਸੇਵਾ ਕਰਕੇ ਵੀ ਆ ਸਕਦਾ, ਹੰਕਾਰ ਪਾਠ ਕਰਕੇ ਵੀ ਆ ਸਕਦਾ ਕਿ ਮੇਰੇ ਵਰਗਾ ਨਹੀਂ ਕੋਈ ਕਰਦਾ ਹੋਣਾ।
कई दफ़ा हथ विचों गुटका हुंदा है, हंकार उदों भी आ जाता भी अपने जिन्ना कोई नहीं पढ़ता। हंकार गुरु वाला बन के भी आ जाता कि मैं तो बहुत बड़ा महान बन गया। मैं देखिया गुरमुखां नूं, जद किसी ते किरपा हो जाए ना, कोई अमृतधारी हो जाए, वो दूजियां कोल दी परे दी होके लंघण लग जाता भी हुण मैं बड़ा बन गया। हंकार ही है। तू अरदास कर सच्चे पातशाह, मैं तेरा बनिया, इन्हां नूं भी आपदे नाल जोड़ ले। परां दी होके लंघणगे, हुण असीं महान हो गए। अजे तां दिने 4 होए ने, देखता लै भी सिरे चढ़ू भी कि नहीं। हंकारी होके फिरनगे। वो हंकारे आ गया अपने आप विच, मैं भगत हो गया, मैं सिख हो गया। जिस दिन सिख बन गया, दस्सण दी लोड़ नहीं पैनी, तेरी करनी दसूगी कि वाकई गुरमुख बन गया। हंकार विच आ जाणगे और दूजे बंदियां नूं तुच्छ समझणगे, परे दी होके लंघदे ने। हंकार कदों भी पैदा हो सकता, किसी भी गल दा पैदा हो सकता। कोई ग्रंथ पढ़ लो, उहदा भी हंकार हो जाऊगा, मैं तो पढ़िया होया। तुरे जांदे गोरखनाथ जी दे मन विच हंकार आ गया। इसे करके भगत कबीर ने कहा, बड़े बड़े ऋषि मुनि भी हंकारी हो जाते ने। कोई बड़ी गल नहीं, किसी दे अंदर भी आ सकता है। हंकार आया कि मेरी तो एडी उम्र है, एडा तप है मेरे कोल, इन्नियां समाधियां लाउना, घर परिवार सब कुछ त्यागया होया ते घोर बनवास जंगलों विच रहना, पर्वतां विच। मेरे नालों भी बड़ा भगत होऊगा किते। हंकार आ गया। जो जानै हों भगत ज्ञानी, आ गया अंदर मन विच होमे हो गई। आगा ठाकुर तिल नहीं मानी। महाराज कहने ने, जे भगती करके हंकारी हो जे, परमात्मा दे घर विच तिल जिन्ना मान भी नहीं मिलता। जेड़ी भगती हंकार दे बस होके कर रहा है, उस भगती नूं परमात्मा दे घर विच तिल जिन्नी मानता नहीं है, नहीं कबूल है परमात्मा नूं। जेड़ा ज्ञान हंकार करके प्राप्त करे, या ज्ञान प्राप्त करके हंकार हो गया, उस ज्ञान नूं महाराज ने तिल जिन्नी मानता नहीं दिती। गुरु नानक साहब जी महाराज ने आसा जी दी बार दी 9वीं पौड़ी विच कह दिता, नानक लेखा एक गल, होर हौमै झखना झाख। जिन्ने ग्रंथ पढ़े, जिन्ने वेद शास्त्र सिमरतियां किताबां पढ़ियां, पढ़ के हंकारी हो गया, किसे लेखे विच नहीं, बस हौमे दा झखना झाख है। गोरख जी दे मन विच ये गल ने जन्म ले लिया कि मेरे नालों बड़ा भगत होएगा। दसदे ने जुत्तियां गणदा, घर भी कोई नहीं छड्डिया, परिवार वाले, और जुतियां गणदा ते लोग ओदी भगती कहंदे ने बहुत ज़्यादा वड्डी है, मेरे नालों भी बड़ा होऊगा। होमे आ गई, उत्थे ही आ गई, क्योंकि साडे सुभाव विच है कि मेरे नालों बड़ा कोई नहीं। ये अंदर बसी हुई गल है साडे। कई विद्वान इथों भी कहंदे ने, कहंदे जदों परमात्मा ने ये जीव साजिया सी ना, बस ये कन विच शैतान ने फूक मारती सी भी तेरे वर्गा अजे थई कोई नहीं गया धरती ते। बस फिर ये नहीं किसी नूं समझदा कुछ, अपनी हौमे विच फिरदा। अहंकार दे विच भरिया होया जा रहा है। अगे जांदे नूं भगत श्रोमणी रविदास जी बैठे ने, इमली दा दरख्त तो अजे भी खड़ा है। मैं दर्शन कीते ने काशी विच, महापुरुषां दी कृपा होई सी। काशी दी यात्रा दे समय देखिया वो इमली दा दरख्त अजे हैगा जिथे जुतियां गंढदे हुंदे।
ਅਰ ਜਿਹੜਾ ਜਨਮ ਸਥਾਨ ਹੈ ਹੁਣ ਬਹੁਤ ਵੱਡਾ ਉੱਥੇ ਸਥਾਨ ਬਣਿਆ ਹੋਇਆ ਕਾਸ਼ੀ ਵਿੱਚ, ਸ਼ੀਰ ਗੋਵਰਧਨ ਕਹਿੰਦੇ ਨੇ ਉਹਨੂੰ, ਉਸੇ ਇਲਾਕੇ ਦਾ, ਉਸ ਮਹੱਲੇ ਦਾ, ਕਿਉਂਕਿ ਬਹੁਤ ਵੱਡਾ ਸ਼ਹਿਰ ਹੈ ਕਾਸ਼ੀਪੁਰੀ। ਉਹਨੂੰ ਸ਼ੀਰ ਗੋਵਰਧਨ ਕਹਿੰਦੇ ਨੇ, ਜਿੱਥੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਸਥਾਨ ਘਰ ਹੈ। ਔਰ ਕੁੰਡੀ ਦਾ ਅੱਧਾ ਹਿੱਸਾ ਵੀ ਉੱਥੇ ਭੋਰੇ ਦੇ ਵਿੱਚ ਪਿਆ, ਜਿਸ ਕੁੰਡੀ ਵਿੱਚ ਪਾਣੀ ਵਿੱਚ ਜੋੜਾ ਗਿੱਲਾ ਕਰਦੇ ਹੁੰਦੇ ਚਮੜਾ ਕੁੱਟਣ ਵਾਸਤੇ। ਇਮਲੀ ਦੇ ਦਰਖਤ ਥੱਲੇ ਬੈਠੇ ਜੁੱਤੀਆਂ ਗੰਢ ਰਹੇ ਨੇ। ਕਬੀਰ ਜੀ ਨੂੰ ਆਉਂਦੇ ਦੇਖਿਆ, ਨਾਲ ਮਹਾਨ ਜਤੀ, ਮਹਾਨ ਨਾਥਾਂ ਦਾ ਨਾਥ, ਸਿੱਧਾਂ ਦਾ ਸਿੱਧ, ਪੀਰਾਂ ਦਾ ਪੀਰ ਗੋਰਖ ਆ ਰਿਹਾ। ਹੱਥ ਜੋੜ ਕੇ ਖੜੇ ਹੋ ਗਏ। ਨਿਮਰਤਾ ਹੁੰਦੀ ਹੈ ਜਿਨ੍ਹਾਂ ਦੇ ਪੱਲੇ ਕੁਛ ਹੁੰਦਾ। ਜਿਹੜੇ ਜ਼ਿਆਦੇ ਰੌਲਾ ਪਾਉਂਦੇ ਨੇ ਉਹਨਾਂ ਕੋਲੇ ਕੁਛ ਨਹੀਂ ਹੁੰਦਾ। ਕਹੋ ਕਬੀਰ ਛੂਛਾ ਘੱਟ ਬੋਲੇ। ਜਿਹੜੇ ਬਾਹਰੋਂ ਦੇਖਣ ਨੂੰ ਐਵੇਂ ਹੁੰਦੇ ਨੇ, ਜਿਨ ਪਟ ਅੰਦਰ ਬਾਹਰ ਗੁੱਦੜ। ਬਾਹਰੋਂ ਤਾਂ ਬਸ ਦੇਖਣ ਨੂੰ ਰੁੱਖੜ ਜਿਹੇ ਹੀ ਲੱਗਦੇ ਨੇ, ਅੰਦਰੋਂ ਤਾਂ ਰੇਸ਼ਮ ਦੇ ਪੱਟਾਂ ਵਰਗੇ ਹੁੰਦੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਮਹਾਰਾਜ ਕਹਿੰਦੇ ਨੇ ਉਹੀ ਭਲੇ ਮਾਨਸ ਨੇ। ਨਹੀਂ ਤਾਂ ਦੁਨੀਆ ਦੇ ਵਿੱਚ ਬਸ ਇਸ ਤਰ੍ਹਾਂ ਦੀ, ਜਿਨ ਕੇ ਪੱਲੇ ਧਨ ਬਸੇ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਬਸੇ ਤੇ ਨਰ ਗੁਣੀ ਗਹੀਰ। ਆਮ ਸੰਸਾਰ ਵਿੱਚ ਜਿਹਦਾ ਚੰਗਾ ਬੋਲ ਬਾਲਾ, ਮਾਇਆ ਪਦਾਰਥ ਚੰਗੇ ਨੇ, 10-20 ਗੱਡੀਆਂ ਖੜੀਆਂ ਨੇ, ਉਸੇ ਦਾ ਨਾਮ ਸੰਤ ਹੈ। ਪਰ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜਿਹਦੇ ਹਿਰਦੇ ਤੂੰ ਬਸਦਾ ਵਾਹਿਗੁਰੂ, ਉਹੀ ਗੁਣੀ ਗਹੀਰ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਨਿਮਰਤਾ ਵਿੱਚ ਖੜੇ ਹੋ ਗਏ ਭਗਤ ਰਵਿਦਾਸ ਜੀ, ਹੱਥ ਜੋੜ ਲਏ, ਪੂਰਾ ਸਤਿਕਾਰ ਕੀਤਾ, ਆਸਣ ਦਿੱਤਾ ਬੈਠਣ ਵਾਸਤੇ। ਦੇਖੋ ਮਹਾਰਾਜ ਧੰਨ ਭਾਗ ਗਰੀਬ ਦੀ ਕੁਟੀਆ 'ਚ ਚਰਨ ਪਾਏ। ਜੋ ਕੁਛ ਮੇਰੇ ਕੋਲੇ ਹੈ, ਜਿਹੋ ਜਿਹੇ ਜੋਗਾ ਮੈਂ, ਹਾਂ ਬਹਿ ਜੋ, ਆਸਣ ਲਾਤਾ, ਬਹਾ ਲਏ। ਗੋਰਖਨਾਥ ਜੀ ਵੀ ਬੈਠ ਗਏ, ਕਬੀਰ ਜੀ ਵੀ ਬਹਿ ਗਏ, ਸ਼੍ਰੋਮਣੀ ਭਗਤ ਬਹਿ ਗਏ, 3 ਬੈਠੇ ਨੇ। ਗੋਰਖਨਾਥ ਨੇ ਬੜੇ ਸਵਾਲ ਜਵਾਬ ਵੀ ਕੀਤੇ, ਗੋਸ਼ਟ ਵੀ ਹੁੰਦੀ ਰਹੀ। ਪਰ ਜਿਹੜੀ ਮਨ ਵਿੱਚ ਹਉਮੈ ਸੀ ਉਹ ਟਿਕਣ ਨਾ ਦੇਵੇ ਕਿ ਤੇਰੇ ਨਾਲੋਂ ਵੱਡਾ ਭਗਤ ਨਹੀਂ ਹੋ ਸਕਦਾ। ਹੰਕਾਰ ਸੀ। ਕਿਉਂ ਬਾਹਰਲੀ ਕਿਰਿਆ ਨੂੰ ਦੇਖਦਾ ਸੀ ਨਾ, ਵੀ ਜੋੜੇ ਗੰਢਣ ਵਾਲਾ ਤੇਰੇ ਨਾਲੋਂ ਵੱਡਾ ਭਗਤ ਹੋਊ ਕਿਤੇ। ਹਉਮੈ ਸੀ। ਅਖੀਰ ਨੂੰ ਗੋਰਖਨਾਥ ਨੇ ਕਿਹਾ, ਭਗਤਾਂ ਕੋਲੇ ਤਾਂ ਅੰਮ੍ਰਿਤ ਹੁੰਦਾ, ਤੁਸੀਂ ਮੈਨੂੰ ਅੰਮ੍ਰਿਤ ਦੇ ਦਿਓ। ਭਗਤਾਂ ਕੋਲੇ ਤਾਂ ਅੰਮ੍ਰਿਤ ਹੁੰਦਾ ਰੱਬ ਦੇ ਨਾਮ ਦਾ, ਤੇ ਤੁਸੀਂ ਮੈਨੂੰ ਕਿਰਪਾ ਕਰ ਦਿਓ, ਅੰਮ੍ਰਿਤ ਦੇ ਦਿਓ। ਭਗਤ ਰਵਿਦਾਸ ਜੀ ਨੇ ਜਾਣ ਲਿਆ ਬਈ ਪਰਖ ਕਰਦਾ, ਇਹਦੇ ਮਨ ਵਿੱਚ ਸ਼ੰਕਾ ਹੈ, ਇਹਦਾ ਮਨ ਮੰਨਣ ਨੂੰ ਤਿਆਰ ਨਹੀਂ ਸਾਡੀ ਭਗਤੀ ਨੂੰ। ਉਹਨੇ ਸਾਹਮਣੇ ਚਿੱਪੀ ਕਰ ਦਿੱਤੀ, ਜੇ ਹੈ ਤਾਂ ਅੰਮ੍ਰਿਤ ਪਾਓ। ਕਾਰਨ ਇੰਨਾ ਹੈ ਕਿ ਮੈਂ ਦੱਸ ਦੇਊਂਗਾ, ਜੇ ਅੰਮ੍ਰਿਤ ਨਾ ਦੇ ਸਕੇ, ਲੋਕੋ ਐਵੇਂ ਭਗਤ ਕਹਿੰਦੇ ਹੋ, ਇਦੋਂ ਵੱਡਾ ਤਾਂ ਮੈਂ ਹਾਂ। ਗੱਲ ਤਾਂ ਸਾਰੀ ਹਉਮੈ ਦੀ ਪੂਰਤੀ ਦੀ ਖੜੀ ਹੈ ਨਾ। ਜਿੰਨਾ ਕੁਛ ਕਰਦੇ ਹਾਂ ਅਸੀਂ ਪਰਮਾਤਮਾ ਨੂੰ ਪਾਉਣ ਖਾਤਰ ਨਹੀਂ ਕਰਦੇ, ਆਪਦੀ ਹਉਮੈ ਨੂੰ ਪੱਠੇ ਪਾਉਣ ਖਾਤਰ ਕਰਦੇ ਹਾਂ। ਕੋਈ ਕੋਈ ਹੁੰਦਾ ਇਕਾਧ ਜਿਹੜਾ ਨਿਸ਼ਕਾਮੀ ਹੋ ਕੇ ਸੇਵਾ ਸਿਮਰਨ ਕਰਦਾ, ਨਹੀਂ ਤਾਂ ਜੇ ਕਿਤੇ ਕਿਰਪਾ ਹੋ ਜੇ 2 ਘੰਟੇ ਬਾਣੀ ਪੜ੍ਹ ਲੈ ਨਾ ਕੋਈ, 24 ਘੰਟਿਆਂ 'ਚੋਂ 22 ਘੰਟੇ ਦੱਸਣ 'ਤੇ ਲੰਘ ਜਾਂਦੇ ਨੇ ਕਿ ਅੱਜ ਬਈ ਮੈਂ 2 ਘੰਟੇ ਬਾਣੀ ਪੜ੍ਹੀ। ਮੋੜ ਘੋੜ ਕੇ ਗੱਲ ਲਿਆਉਣਗੇ ਉੱਥੇ ਨੂੰ, ਮੈਂ ਬਾਣੀ ਪੜ੍ਹੀ। ਹੰਕਾਰ ਦਾ ਮਸਲਾ ਹੈ ਸਾਰਾ। ਗੋਰਖ ਕਹਿੰਦਾ ਮੈਨੂੰ ਅੰਮ੍ਰਿਤ ਦਿਓ, ਹੰਕਾਰ ਵਿੱਚ ਮੰਗਦਾ।
ਭਗਤ ਸ਼੍ਰੋਮਣੀ ਰਵਿਦਾਸ ਜੀ ਮਹਾਰਾਜ ਨੇ ਉਹ ਕੁੰਡੀ ਚੱਕ ਲਈ ਜਿਹਦੇ ਵਿੱਚ ਜੋੜਾ ਪਿਆਉਂਦੇ ਹੁੰਦੇ, ਅਰ ਚੱਕ ਕੇ ਉਹਦੀ ਚਿੱਪੀ 'ਚ ਪਾ ਦਿੱਤੀ, ਲਓ ਮਹਾਤਮਾ ਅੰਮ੍ਰਿਤ ਦੇ ਦਿੱਤਾ। ਹੁਣ ਇੱਕ ਤੋਂ ਪਹਿਲੀ ਹਉਮੈ ਸੀ, ਜੇ ਤਾਂ ਮਨ ਨੀਵਾਂ ਹੁੰਦਾ ਫਿਰ ਗੱਲ ਦੀ ਗਹਿਰਾਈ ਨੂੰ ਸਮਝਦਾ ਕਿ ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ 'ਚ ਹੀ ਅੰਮ੍ਰਿਤ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਰੱਬ ਦੇ ਪਿਆਰਿਆਂ ਦੀ ਨਜ਼ਰ ਜਲ 'ਤੇ ਪੈ ਜਾਵੇ ਤੇ ਅੰਮ੍ਰਿਤ ਬਣ ਜਾਂਦਾ। ਤੁਸੀਂ ਜਿਹੜੇ ਗੁਰਮੁਖਾਂ ਨੇ ਅੰਮ੍ਰਿਤ ਛਕਿਆ ਹੈ, ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇਖਿਓ। ਬਾਣੀ ਪੜ੍ਹਨ ਵਾਲੇ ਪੰਜੇ ਪਿਆਰੇ, ਉਹਨਾਂ ਦੀ ਦ੍ਰਿਸ਼ਟੀ ਅੰਮ੍ਰਿਤ 'ਤੇ ਟਿਕੀ ਹੁੰਦੀ ਹੈ, ਉਸ ਜਲ ਦੇ ਉੱਤੇ ਜੋ ਬਾਟੇ ਵਿੱਚ ਪਾਇਆ, ਦ੍ਰਿਸ਼ਟੀ ਉਹਦੇ 'ਤੇ ਹੈ। ਰਸਨਾ ਬਾਣੀ ਜਪਦੀ ਹੈ, ਦ੍ਰਿਸ਼ਟੀ ਉਸ ਜਲ ਦੇ ਉੱਤੇ ਟਿਕੀ ਹੈ। ਅਰ ਜੋ ਬਾਣੀ ਪੜ੍ਹਨ ਵਾਲੇ ਦੀ ਦ੍ਰਿਸ਼ਟੀ ਹੈ, ਉਹ ਦ੍ਰਿਸ਼ਟੀ ਹੀ ਉਸ ਜਲ ਨੂੰ ਅੰਮ੍ਰਿਤ ਬਣਾਉਂਦੀ ਹੈ। ਬਾਟੇ ਨੂੰ ਹੱਥ ਲਾਏ ਨੇ, ਨਿਗਾਹ ਬਾਟੇ ਦੇ ਵਿੱਚ ਜਲ ਦੇ ਉੱਤੇ ਹੈ, ਪਤਾਸੇ ਪਏ ਨੇ ਤੇ ਬਾਣੀ ਪੜ੍ਹਨ ਵਾਲਾ ਪੜ੍ਹ ਰਿਹਾ ਹੈ, ਖੰਡਾ ਫੇਰੀ ਜਾਂਦਾ, ਪਰ ਦ੍ਰਿਸ਼ਟੀ ਜਲ ਦੇ ਉੱਤੇ ਹੈ, ਨਦਰ ਜਲ ਦੇ ਉੱਤੇ ਹੈ। ਗੁਰੂ ਅਰਜਨ ਦੇਵ ਕਹਿੰਦੇ ਨੇ ਉਹਨਾਂ ਨਦਰਾਂ ਨੇ ਹੀ ਉਸ ਜਲ ਨੂੰ, ਉਸ ਪਾਣੀ ਨੂੰ ਅੰਮ੍ਰਿਤ ਬਣਾ ਦੇਣਾ। ਪਹਿਲਾਂ ਪਾਣੀ ਸੀ, ਨਦਰਾਂ ਪਈਆਂ ਪੰਜਾਂ ਪਿਆਰਿਆਂ ਦੀਆਂ ਤੇ ਅੰਮ੍ਰਿਤ ਬਣ ਗਿਆ। ਗੁਰੂ ਦੀ ਨਦਰ, ਗੁਰੂ ਦੀ ਅੰਮ੍ਰਿਤ ਬਾਣੀ ਉਹਨੂੰ ਅੰਮ੍ਰਿਤ ਬਣਾਉਂਦੀ ਹੈ। ਇਸ ਗੱਲ ਨੂੰ ਨਹੀਂ ਵਿਚਾਰਿਆ ਕਿ ਰੱਬ ਦੇ ਭਗਤਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਤੇ ਸਮਝ ਲਿਆ ਜੋੜਿਆਂ ਵਾਲਾ ਪਾਣੀ ਪਾ ਕੇ ਮੈਨੂੰ ਮੂਰਖ ਬਣਾਉਂਦੇ ਹੋ ਵੀ ਅੰਮ੍ਰਿਤ ਮਿਲ ਗਿਆ। ਉਹਨੇ ਚਲਾ ਕੇ ਚਿੱਪੀ ਪਰੇ ਕੰਧ ਨਾਲ ਮਾਰੀ, ਔਰ ਉਹ ਜਦ ਚਿੱਪੀ ਦੇ ਵਿੱਚੋਂ ਜਿਹੜਾ ਜਲ ਸੀ ਅੰਮ੍ਰਿਤ ਰੂਪ ਉਹ ਡੁੱਲਿਆ, ਕੋਲ ਖੜੇ ਭਗਤ ਕਬੀਰ ਜੀ ਦੀ ਧੋਤੀ ਤੇ ਆ ਪਿਆ ਛਿੱਟੇ। ਇਤਿਹਾਸ ਕਹਿੰਦਾ ਜਦ ਸ਼੍ਰੋਮਣੀ ਭਗਤ ਕਬੀਰ ਜੀ ਘਰ ਨੂੰ ਗਏ, ਗੋਰਖਨਾਥ ਵੀ ਗੁੱਸੇ ਵਿੱਚ ਬੋਲਦਾ ਚਲਿਆ ਗਿਆ। ਲੋਕ ਭਗਤ ਕਹਿੰਦੇ ਨੇ ਕਿਉਂਕਿ ਅੰਦਰਲੀ ਹਉਮੈ ਸੀ, ਇਹ ਮੈਨੂੰ ਜੁੱਤੀਆਂ ਵਾਲਾ ਪਾਣੀ ਦੇ ਕੇ ਕਹਿੰਦਾ ਅੰਮ੍ਰਿਤ ਹੈ। ਉਹ ਚਲਿਆ ਗਿਆ ਵਾਪਸ ਬਾਗ ਵਿੱਚ ਤੇ ਭਗਤ ਕਬੀਰ ਆਪਦੇ ਘਰ ਆ ਗਏ। ਭਗਤ ਜੀ ਦੀ ਲੜਕੀ ਸੀ ਕਮਾਲੀ, ਕਬੀਰ ਜੀ ਦੀ। ਉਹਨੇ ਦੇਖਿਆ ਮੇਰੇ ਪਿਤਾ ਦੀ ਧੋਤੀ ਦੇ ਉੱਤੇ ਛਿੱਟੇ ਪਏ ਨੇ। ਉਹ ਕਹਿੰਦੀ ਪਿਤਾ ਜੀ ਇਹ ਕੀ ਹੋਇਆ? ਬੇਟੀ ਬਸ ਕੁਛ ਡੁੱਲ ਗਿਆ, ਲਿਆਓ ਉਤਾਰ ਦਿਓ, ਮੈਂ ਧੋ ਦੇਵਾਂ, ਤੁਸੀਂ ਹੋਰ ਧੋਤੀ ਪਹਿਨ ਲਓ, ਬਦਲ ਲਓ। ਆਮ ਹੁੰਦਾ ਹੀ ਆਪਾਂ ਘਰਾਂ ਵਿੱਚ ਕੱਪੜਾ ਖਰਾਬ ਹੋ ਜੇ ਤੇ ਬਦਲ ਲੈਂਦੇ ਹਾਂ। ਭਗਤ ਜੀ ਨੇ ਆਪਣੇ ਵਸਤਰ ਬਦਲੇ ਤੇ ਉਹ ਧੋਤੀ ਲੜਕੀ ਨੂੰ ਫੜਾ ਦਿੱਤੀ ਧੋਣ ਵਾਸਤੇ। ਜਿੱਥੇ ਜਿੱਥੇ ਉਸ ਜਲ ਦੇ ਛਿੱਟੇ ਲੱਗੇ ਨੇ ਉਹ ਲਹਿ ਨਹੀਂ ਰਹੇ, ਬੜਾ ਰਗੜ ਰਹੀ ਹੈ। ਅਖੀਰ ਨੂੰ ਉਹਨੇ ਸੋਚਿਆ ਮੈਂ ਦੰਦਾਂ ਨਾਲ ਖੁਰਚ ਦਿਆਂ। ਆਪਣੇ ਮੂੰਹ ਵਿੱਚ ਲੈ ਕੇ ਨਾ ਜਦ ਉਸ ਧੋਤੀ ਦੇ ਉਸ ਅੰਮ੍ਰਿਤ ਦੇ ਛਿੱਟੇ ਨੂੰ ਕਿਣਕੇ ਨੂੰ ਦੰਦਾਂ ਨਾਲ ਖੁਰਚਿਆ, ਬਸ ਜੀਭਾਂ ਤੇ ਲੱਗਣ ਦੀ ਦੇਰ ਸੀ, ਉਹਦੇ ਕਪਾਟ ਖੋਲ ਦਿੱਤੇ, ਵਾਕਈ ਅੰਮ੍ਰਿਤ ਸੀ, ਕਿਣਕਾ ਮਿਲ ਗਿਆ ਭਗਤੀ ਦਾ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚਾ ਦਿੱਤੀ ਉਸ ਕਿਣਕੇ ਨੇ। ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹਨੂੰ ਚਿੱਪੀ ਭਰੀ ਹੋਈ ਮਿਲ ਰਹੀ ਸੀ ਉਹਦੇ ਹੰਕਾਰ ਨੇ ਪ੍ਰਾਪਤ ਨਹੀਂ ਹੋਣ ਦਿੱਤੀ। ਜਿਹਦੇ ਕਰਮਾਂ ਵਿੱਚ ਪਿਆ ਸੀ ਉਹਨੂੰ ਧੋਤੀ ਤੇ ਛਿੱਟਾ ਬਣ ਕੇ ਵੀ ਮਿਲ ਗਿਆ, ਪ੍ਰਾਪਤੀ ਹੋ ਗਈ। ਪ੍ਰਾਪਤੀ ਪਾਤਰ ਨੂੰ ਹੁੰਦੀ ਹੈ, ਕਪਾਤਰ ਨੂੰ ਨਹੀਂ ਹੋ ਸਕਦੀ। ਕਪਾਤਰ ਨੂੰ ਪ੍ਰਾਪਤੀ ਹੋ ਜਾਵੇ ਉਹ ਫਿਰ ਵੀ ਖੋ ਦੇਵੇਗਾ। ਅਧਿਕਾਰੀ ਪੁਰਸ਼ ਵਾਸਤੇ ਪ੍ਰਾਪਤੀ ਹੁੰਦੀ ਹੈ। ਹੁਣ ਉਪਦੇਸ਼ ਹੁੰਦਾ ਮਹਾਂਪੁਰਖਾਂ ਦਾ, ਰੱਬ ਦੇ ਪਿਆਰੇ ਸੰਤ ਜਨ ਜਿੰਨੇ ਵੀ ਨੇ ਸਭ ਉਪਦੇਸ਼ ਦਿੰਦੇ ਨੇ। ਉਪਦੇਸ਼ ਅਧਿਕਾਰੀ ਨੂੰ ਹੁੰਦਾ,
ਜਿਹੜਾ ਅਧਿਕਾਰੀ ਹੁੰਦਾ ਕਮਾ ਲੈਂਦਾ, ਦੂਜਾ ਕਹਿੰਦਾ ਛੱਡ ਪਰੇ, ਐਵੇਂ ਕਹਿੰਦੇ ਨੇ, ਇਹ ਤਾਂ ਐਵੇਂ ਕਹੀ ਜਾਂਦੇ ਨੇ। ਉਹ ਰਸਨਾ ਤੇ ਜਦ ਲੱਗਿਆ ਅੰਮ੍ਰਿਤ ਰੂਪ ਛਿੱਟਾ, ਉਹਨੂੰ ਤਿੰਨਾਂ ਕਾਲਾਂ ਦੀ ਸੋਝੀ ਹੋ ਗਈ, ਗਿਆਨ ਹੋ ਗਿਆ ਅੰਦਰ। ਤੇ ਅੰਦਰੋਂ ਭਰਪੂਰ ਜੋਤ ਜਗ ਪਈ, ਨਾਮ ਦਾ ਕਿਣਕਾ ਮਿਲ ਗਿਆ। ਹਉਮੈ ਤਾਂ ਪਹਿਲੇ ਹੀ ਨਹੀਂ ਸੀ, ਕਿਉਂਕਿ ਭਗਤ ਪਿਤਾ ਦੀ ਪੁੱਤਰੀ ਹੈ, ਕਬੀਰ ਜੀ ਦੀ ਪੁੱਤਰੀ। ਅੱਜ ਗੁਰੂ ਦੀ ਰਹਿਮਤ ਦਾ ਕਿਣਕਾ ਵੀ ਪ੍ਰਾਪਤ ਹੋ ਗਿਆ, ਰਵਿਦਾਸ ਜੀ ਦੀ ਚੇਲੀ ਬਣੀ ਫਿਰ ਉਹ। ਤੇ ਇਧਰੋਂ ਗੋਰਖਨਾਥ ਵਾਪਸ ਬਾਗ ਵਿੱਚੋਂ ਆਪਣੀਆਂ ਕੰਦਰਾਂ ਵਿੱਚ ਚਲਿਆ ਗਿਆ। ਕਹਿੰਦੇ ਨੇ 7 ਸਾਲ ਤਪ ਕੀਤਾ ਗੋਰਖ ਨੇ, ਘੋਰ ਤਪੱਸਿਆ। ਜਦ ਤਪੱਸਿਆ ਦੀ ਪੂਰਤੀ ਹੋਈ 7 ਸਾਲ ਬਾਅਦ ਉਹਨੂੰ ਆਵਾਜ਼ ਆਈ, ਉਹ ਮਹਾਤਮਾ, ਜਿਸ ਚੀਜ਼ ਦੀ ਪ੍ਰਾਪਤੀ ਵਾਸਤੇ ਤੂੰ ਤਪ ਕਰਦਾ ਉਹ ਤਾਂ 7 ਸਾਲ ਪਹਿਲਾਂ ਤੈਨੂੰ ਮਿਲ ਰਹੀ ਸੀ, ਪਰ ਤੈਂ ਉਹਦੀ ਕਦਰ ਨਹੀਂ ਕੀਤੀ। ਤੈਨੂੰ ਭਗਤ ਰਵਿਦਾਸ ਅੰਮ੍ਰਿਤ ਪ੍ਰਦਾਨ ਕਰ ਰਿਹਾ ਸੀ, ਪਰ ਤੂੰ ਹੰਕਾਰ ਵਿੱਚ ਭਰ ਗਿਆ, ਹਉਮੈ ਵਿੱਚ ਭਰ ਗਿਆ, ਤੇ ਤੈਨੂੰ ਅਹੰਕਾਰੀ ਹੋ ਕੇ ਉਸ ਚੀਜ਼ ਦੀ ਪ੍ਰਾਪਤੀ ਨਹੀਂ ਹੋਈ। ਫਿਰ ਗੋਰਖਨਾਥ ਸੋਚੇ, 7 ਸਾਲ ਤਪ ਕੀਤਾ, ਉਹਨੂੰ ਮਾਨਤਾ ਹੀ ਨਹੀਂ ਮਿਲੀ। ਆਗੈ ਠਾਕੁਰ ਤਿਲ ਨਹੀਂ ਮਾਨੀ, ਕਿਉਂਕਿ ਹੰਕਾਰ ਕਰ ਬੈਠਿਆ ਸੀ। ਬੇਸ਼ੱਕ ਵਿਦਵਾਨ ਬਹੁਤ ਸੀ, ਐਸੀ ਗੱਲ ਨਹੀਂ, ਇਹ ਨਾ ਸਮਝ ਲੈਣਾ ਕਿ ਛੋਟਾ ਸੀ। ਇਹ ਕਿਸੇ ਨੂੰ ਵੀ ਹੋ ਸਕਦਾ ਭਾਈ, ਇਹ ਨਹੀਂ ਜ਼ਰੂਰੀ ਨਹੀਂ। ਹਉਮੈ ਕਿਸੇ ਕਿਸੇ ਦੀ ਮਰਦੀ ਹੈ। ਵਿਦਵਾਨ ਬੜਾ ਸੀ, ਤਪਸਵੀ ਬੜਾ ਸੀ, ਰਿੱਧੀਆਂ ਸਿੱਧੀਆਂ ਉਹਦੇ ਪੈਰਾਂ 'ਚ ਰਹਿੰਦੀਆਂ ਸੀ, ਕੋਈ ਕਮੀ ਨਹੀਂ ਸੀ, ਬਸ ਹਉਮੈ ਨੇ ਭਟਕਾ ਦਿੱਤਾ। ਮਨ ਵਿੱਚ ਸੋਚੇ 7 ਸਾਲ ਤਪੱਸਿਆ ਕੀਤੀ ਤੇ ਉਹੀ ਇਲਹਾਮ ਹੋਏ ਦਰਗਾਹ ਵਿੱਚੋਂ, ਰੱਬ ਦੇ ਘਰ ਵਿੱਚੋਂ, ਅੰਮ੍ਰਿਤ ਤੈਨੂੰ ਅੱਜ ਤੋਂ 7 ਸਾਲ ਪਹਿਲਾਂ ਭਗਤ ਰਵਿਦਾਸ ਦਿੰਦੇ ਸੀ, ਤੂੰ ਉਹਨੂੰ ਠੋਕਰ ਮਾਰਿਆ ਆ ਹੰਕਾਰ 'ਚ। ਮਨ ਵਿੱਚ ਪਛਤਾਵਾ ਹੋਇਆ, ਚਿੱਪੀ ਫੜੀ, ਵਾਪਸ ਆਇਆ ਕਾਸ਼ੀ 7 ਸਾਲਾਂ ਬਾਅਦ। ਭਗਤ ਜੀ ਦੇ ਦੁਆਰ ਤੇ ਆ ਕੇ ਅਲਖ ਜਗਾਉਂਦਾ ਹੈ, ਐ ਭਗਤ ਰਵਿਦਾਸ ਜੀ, ਮੈਥੋਂ ਭੁੱਲ ਹੋਈ, ਮੈਨੂੰ ਹਉਮੈ ਨੇ ਘੇਰ ਲਿਆ, ਅਰ ਮੈਂ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਆਇਆ, ਮੈਨੂੰ ਹੁਣ ਅੰਮ੍ਰਿਤ ਦਿਓ। ਭਗਤ ਰਵਿਦਾਸ ਜੀ ਕਹਿੰਦੇ, ਮਹਾਤਮਾ ਜੀ ਹੁਣ ਅੰਮ੍ਰਿਤ ਸਾਡੇ ਕੋਲ ਵੀ ਨਹੀਂ ਹੈ। ਹੁਣ ਕਿੱਧਰ ਚਲਿਆ ਗਿਆ? ਉਹ ਜਿਹੜਾ ਇਹਦਾ ਅਧਿਕਾਰੀ ਸੀ ਉਹਨੂੰ ਪ੍ਰਾਪਤ ਹੋ ਗਿਆ। ਕਿਹਦੇ ਕੋਲ ਹੈ, ਕਿੱਥੋਂ ਪ੍ਰਾਪਤ ਹੋਊ? ਆਪਾਂ ਪੁੱਛ ਲੈਂਦੇ ਹਾਂ ਵੀ ਅੱਗੇ ਮੈਨੂੰ ਦੱਸ ਦਿਓ, ਜਿਹਦੇ ਕੋਲੋਂ ਮਿਲੂ ਉੱਥੋਂ ਲਿਆਉਂਗਾ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ, ਉਹ ਤਾਂ ਹੁਣ ਮਲਤਾਨ ਚਲਿਆ ਗਿਆ ਅੰਮ੍ਰਿਤ। ਕਹਿੰਦਾ ਜੀ ਮਲਤਾਨ ਕਿਵੇਂ ਚਲਿਆ ਗਿਆ? ਉਸ ਅੰਮ੍ਰਿਤ ਰੂਪ ਕਿਣਕੇ ਦੀ ਪ੍ਰਾਪਤੀ ਹੋ ਗਈ ਸੀ ਭਗਤ ਕਬੀਰ ਜੀ ਦੀ ਬੇਟੀ ਕਮਾਲੀ ਨੂੰ, ਤੇ ਕਮਾਲੀ ਮੁਲਤਾਨ ਵਿੱਚ ਵਿਆਹੀ ਹੋਈ ਹੈ। ਉੱਥੋਂ ਤਿਆਰੇ ਕਰ ਲਏ, ਕਿਉਂਕਿ ਸਿੱਧੀ ਹੈਗੀ ਸੀ, ਹਵਾ ਵਿੱਚ ਉੱਡ ਸਕਦੇ ਸੀ। ਆਪਣੀਆਂ ਖੜਾਵਾਂ ਤੇ ਸਵਾਰ ਹੋ ਕੇ ਮਹਾਤਮਾ ਆਕਾਸ਼ ਮਾਰਗ ਦੀ ਯਾਤਰਾ ਕਰਦੇ ਹੁੰਦੇ। ਰਿੱਧੀਆਂ ਸਿੱਧੀਆਂ ਵਾਲੇ ਸਤਪੁਰਸ਼ ਇਹੋ ਜਿਹੇ ਕੌਤਕ ਵਰਤਾ ਦਿੰਦੇ ਸੀ। ਕਾਸ਼ੀ ਤੋਂ ਚੱਲ ਕੇ ਮੁਲਤਾਨ ਪਹੁੰਚਿਆ ਗੋਰਖਨਾਥ, ਅਰ ਮਨ ਵਿੱਚ ਫੇਰ ਉਹੀ ਹਉਮੈ ਆ ਗਈ ਜਿਹੜੀ 7 ਸਾਲ ਪਹਿਲਾਂ ਆਈ ਸੀ। ਕਹਿੰਦਾ ਭਗਤ ਜੀ ਕਹਿੰਦੇ ਨੇ, ਪਹਿਲਾਂ ਤਾਂ ਅੰਮ੍ਰਿਤ ਉਹ ਦਿੰਦੇ ਸੀ, ਇੱਕ ਕਿਣਕੇ ਅੰਮ੍ਰਿਤ ਨਾਲ ਕਿਤੇ ਕਮਾਲੀ ਨੂੰ ਬ੍ਰਹਮ ਗਿਆਨ ਮਿਲ ਗਿਆ। ਹੁਣ
ਅੰਮ੍ਰਿਤ ਕਿਣਕਾ ਨਹੀਂ ਹੁੰਦਾ, ਉਹ ਗੁਰੂ ਦੀ ਰਹਿਮਤ ਹੁੰਦੀ ਹੈ। ਜਿਹਦੇ ਤੇ ਮਰਜ਼ੀ ਨਜ਼ਰਾਂ ਪਾ ਦੇਵੇ ਤੇ ਕੁਛ ਬਣਾ ਦੇਵੇ ਸਤਿਗੁਰ। ਨਜ਼ਰਾਂ ਪਾ ਦੇਵੇ, ਬਣਾ ਵੀ ਦਿੰਦਾ ਤੇ ਖੋਹ ਵੀ ਲੈਂਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਚਲ ਬਟਾਲੇ 84 ਸਿੱਧਾਂ ਦੀ ਸ਼ਕਤੀ ਖੋਹ ਲਈ ਸੀ, ਗੋਰਖ ਵਗੈਰਾ ਸਾਰੇ ਨਾਥਾਂ ਦੀ। ਆਪਣੇ ਸੇਵਕ ਭਾਈ ਅਜਿੱਤੇ ਦੀ ਸ਼ਕਤੀ ਵੀ ਖੋਹ ਲਈ ਸੀ। ਉਹਦੇ ਮਨ ਵਿੱਚ ਫੇਰ ਕਿਤੇ ਹੰਕਾਰ ਆ ਗਿਆ। ਹੁਣ ਕਮਾਲੀ ਕਹਿੰਦੇ ਨੇ, ਕਮਾਲੀ ਕਿਤੇ ਬ੍ਰਹਮ ਗਿਆਨ ਨੂੰ ਪਹੁੰਚ ਗਈ ਹੋਣੀ ਹੈ, ਕੱਲ ਦੀ ਬੱਚੀ ਹੈ। ਹਉਮੈ ਐਸੀ ਹੈ, ਇਹ ਬਹੁਤ ਦੂਰ ਤੱਕ ਖਹਿੜਾ ਨਹੀਂ ਛੱਡਦੀ। ਨਾਲੇ ਸਮਝ ਲੱਗ ਗਈ ਸੀ ਕਿ 7 ਸਾਲਾਂ ਦੇ ਤਪ ਦਾ ਕੋਈ ਮੁੱਲ ਨਹੀਂ ਪਿਆ ਹੰਕਾਰ ਕਰਨ ਕਰਕੇ। ਫੇਰ ਹੰਕਾਰੀ ਹੋ ਗਿਆ। ਕਹਿੰਦਾ ਮੈਂ ਪਰਖੂੰਗਾ। ਉਸ ਘਰ ਦੇ ਦਰ ਅੱਗੇ ਜਾ ਕੇ ਅਲਖ ਜਗਾ ਦਿੱਤੀ, ਜਿਸ ਘਰ ਵਿੱਚ ਕਮਾਲੀ ਵਿਆਹੀ ਹੋਈ ਸੀ। ਹੁਣ ਉਹਨੂੰ ਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਦੀ ਅਵਸਥਾ, ਬ੍ਰਹਮਮਈ ਅਵਸਥਾ ਬਣੀ ਹੋਈ ਸੀ। ਹਰ ਕਾ ਸੇਵਕ ਹਰ ਹੀ ਜਿਹਾ। ਉਹ ਵੀ ਜਾਣ ਗਈ ਕਿ ਗੋਰਖਨਾਥ ਆ ਪਹੁੰਚੇ। ਇਹਨੇ ਆਵਾਜ਼ ਦਿੱਤੀ, ਭਿਕਸ਼ਾਮ ਦੇਹੀ, ਭਿਕਸ਼ਾ ਪਾਓ। ਪੁਰਾਣੇ ਸਮਿਆਂ ਵਿੱਚ ਸਾਧੂ ਭਿਕਸ਼ਾ ਕਰਦੇ ਰਹੇ ਨੇ, ਅੱਜ ਵੀ ਕਈ ਮਹਾਤਮਾ ਕਰਦੇ ਨੇ। ਜਿਹਨੂੰ ਆਪਾਂ ਪੰਜਾਬੀ 'ਚ ਗਜਾ ਕਹਿੰਦੇ ਹਾਂ, ਉਹ ਭਿਕਸ਼ਾ ਹੁੰਦੀ ਹੈ। ਭਿਕਸ਼ਾ ਤੇ ਆਹਾਰ ਕਰਨਾ। ਭਿਕਸ਼ਾਟਨਮ ਗ੍ਰੀਹੇ ਗ੍ਰਾਮੇ, ਪਿੰਡਾਂ ਵਿੱਚ ਘਰ ਘਰ ਜਾ ਕੇ ਮੰਗਣਾ। ਭਿਕਸ਼ਾਮ ਦੇਹੀ, ਭਿਕਸ਼ਾ ਪਾਓ। ਤੇ ਕਮਾਲੀ ਅੰਦਰੋਂ ਇੱਕ ਛੋਟਾ ਜਿਹਾ ਪਾਤਰ ਭਰ ਲਿਆਈ। ਕਈ ਵਿਦਵਾਨ ਕਹਿੰਦੇ ਨੇ ਆਟੇ ਦਾ ਸੀ, ਕਈ ਕਹਿੰਦੇ ਨੇ ਦਾਣਿਆਂ ਦਾ ਸੀ। ਜਦ ਭਰ ਕੇ ਲਿਆਈ, ਗੋਰਖਨਾਥ ਨੇ ਚਿੱਪੀ ਅੱਗੇ ਕਰ ਲਈ। ਉਧਰੋਂ ਤਾਂ ਉਹਦੀ ਚਿੱਪੀ ਭਰ ਨਹੀਂ ਰਹੀ ਤੇ ਉਹਦਾ ਪਾਤਰ ਖਤਮ ਨਹੀਂ ਹੋ ਰਿਹਾ। ਖੜੇ ਪਾਏਂਗੇ। 2 ਪਹਿਰ ਤੱਕ ਖੜੇ ਰਹੇ, 2 ਪਹਿਰ 6 ਘੰਟੇ। ਕਮਾਲੀ ਦੇ ਹੱਥ ਦਾ ਪਾਤਰ ਨਹੀਂ ਮੁੱਕਿਆ ਤੇ ਗੋਰਖ ਦੀ ਚਿੱਪੀ ਨਹੀਂ ਭਰੀ। ਅਖੀਰ ਨੂੰ ਕਮਾਲੀ ਨੇ ਜਾਣ ਲਿਆ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਉਹਨੇ ਮੁਖ ਵਿੱਚੋਂ ਕਿਹਾ, ਹੇ ਰਾਮ ਤੇਰੇ ਭੰਡਾਰੇ ਭਰਪੂਰ। ਹੇ ਪ੍ਰਮਾਤਮਾ ਤੇਰੇ ਭੰਡਾਰੇ ਅਨੰਤ ਨੇ, ਆ ਜੋਗੀ ਦੀ ਚਿੱਪੀ ਭਰ ਦੇ। ਕਹਿੰਦੇ ਨੇ ਫਿਰ ਉੱਪਰ ਨੂੰ ਭਰਨੀ ਸ਼ੁਰੂ ਹੋ ਗਈ। ਗੋਰਖਨਾਥ ਦੇਖੇ ਮੇਰੀ ਸਿੱਧੀ ਦੀ ਸ਼ਕਤੀ ਇਹ ਖਤਮ ਕਰ ਦਿੱਤੀ। ਔਰ ਇੱਥੋਂ ਤੱਕ ਜਾ ਪਹੁੰਚੀ ਗੱਲ ਕਿ ਜਿੰਨੇ ਦਾਣੇ ਚਿੱਪੀ ਵਿੱਚ ਪਾਏ ਸੀ ਸਾਰੇ ਮੋਤੀ ਬਣ ਗਏ। ਤੇ ਹੁਣ ਉਹ ਝਾਕੇ ਔਰ ਪੁੱਛਦਾ, ਐ ਬੇਟੀ ਮੈਂ ਤੇਰੇ ਕੋਲੋਂ ਅੰਮ੍ਰਿਤ ਦੀ ਪ੍ਰਾਪਤੀ ਕਰਨ ਵਾਸਤੇ ਆਇਆ। ਕਮਾਲੀ ਕਹਿੰਦੀ ਆ, ਮਹਾਤਮਾ ਆਏ ਤਾਂ ਹੋ ਪਰ ਅਜੇ ਹੰਕਾਰ ਨਹੀਂ ਛੱਡਿਆ, ਹਉਮੈ ਹੈਗੀ ਅੰਦਰ। ਜਿਸ ਹਉਮੈ ਨੇ ਤੈਨੂੰ ਪਹਿਲਾਂ 7 ਸਾਲ ਪਿੱਛੇ ਪਾ ਦਿੱਤਾ, ਅਜੇ ਵੀ ਤਾਂ ਹਉਮੈ ਚੱਕੀ ਫਿਰਦਾ, ਪ੍ਰੀਖਿਆ ਕਰਦਾ ਸੀ ਤੂੰ ਮੇਰੀ। ਕਹਿੰਦੇ ਫਿਰ ਗੋਰਖ ਨੇ ਹੱਥ ਜੋੜ ਕੇ ਕਿਹਾ, ਤੂੰ ਧੰਨ ਹੈ, ਤੇਰਾ ਗੁਰੂ ਧੰਨ ਹੈ, ਤੇਰਾ ਪਿਤਾ ਧੰਨ ਹੈ। ਮੈਂ ਸੱਚਮੁੱਚ ਹੰਕਾਰੀ ਹੋ ਗਿਆ ਸੀ, ਪਰ ਹੁਣ ਮੈਂ ਆਪਣੀ ਹਉਮੈ ਛੱਡ ਕੇ ਤੇ ਤੋਂ ਹੱਥ ਜੋੜ ਕੇ ਪੁੱਛਦਾ, ਮੈਨੂੰ ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਦੱਸ। ਤਾਂ ਫਿਰ ਕਮਾਲੀ ਨੇ ਕਿਹਾ ਕਿ ਮਹਾਤਮਾ ਜੇ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਹੈ, ਉਹ ਗੁਰੂ ਦੀਆਂ ਨਜ਼ਰਾਂ ਵਿੱਚ ਹੈ, ਉਹ ਭਗਤਾਂ ਦੀਆਂ ਨਜ਼ਰਾਂ ਵਿੱਚ ਹੈ। ਤੂੰ ਆਪਣੀ ਹਉਮੈ ਛੱਡ ਕੇ ਪਰਮੇਸ਼ਰ ਦਾ ਧਿਆਨ ਲਾ, ਤੈਨੂੰ ਸਹਿਜੇ ਪ੍ਰਾਪਤ ਹੋਏਗਾ, ਤੇਰੇ ਹਿਰਦੇ 'ਚ ਹੀ ਅੰਮ੍ਰਿਤ ਪੈਦਾ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਵੱਡੇ ਵੱਡਿਆਂ ਨੂੰ ਗਾਲ ਦਿੰਦਾ ਹੰਕਾਰ, ਜੋ ਜਾਣੈ ਹਉ ਭਗਤ ਗਿਆਨੀ।
आगा ठाकुर तिल नहीं मानी। जे समझे मैं बहुत बड़ा भगत हाँ, मैं बहुत बड़ा ज्ञानी है, उहदे नाल गोरख वर्गी बनती है, हंकारी हो गया। 7 साल तप नूं एक तिल जिन्नी मानता नहीं दिती। सोचो असी 4 दिन सेवा करके 4 दिन बाणी पढ़ के हंकारी हो जन्ने हाँ, साडे बाणी पढ़े नूं मानता देवेगा परमात्मा, हंकार तां करी बैठे हाँ। फिर अगला वचन सतगुर कहंदे जो जानै मैं कथनी करता। ये साढ़े वर्गियां दी गल है जिहड़े कहंदे ने असी प्रचार करदे हां, असी कथा करदे हां, असी उपदेश दिंदे हां, असी भगते हां। महाराज कहंदे ने जे कथा करके, उपदेश करके, प्रचार करके हंकार आ जाए ना भी मेरे वर्गा नहीं कर सकता कोई, बस ऐ समझ लै तैं कथा करी नहीं बेची है, हंकार तो करी बैठा। तैं उपदेश नहीं करया, तू बेचिया है उपदेश, तू तो व्यापारी बन गया उपदेश का। ये साडी जिन्नी प्रचारक श्रेणी आ, कथा कीर्तनी है, सानू ये समझण दी लोड़ है। कथा करो, कीर्तन करो, पर कदे ना कहो मेरी कथा वधी है, मेरा कीर्तन वधी है, मेरा पाठ वधी है। कहा करो गुरु दा कीर्तन सदा वधी है। कोई करे गुरु दा कीर्तन वधी गई है, कथा करे गुरु दी कथा है, मेरी नहीं है। असी कह दें मेरी कथा। बस जे कथा कीर्तन करके बाणी पढ़ के हंकार आ गया, समझ लो कथा करी नहीं, बेच दिती, व्यापारी बन गए कि लोको देखो ये तो व्यापारियों का कम है, मेरी चीज़ वधी है, मेरी चीज़ वधी है। आ चले जाओ सवेरे मंडी चले जाओ सब्जी दी, उत्थे हाका मार मार के बुलाउणगे आ जा मेरे कोले वधी है, मेरे कोले वधी है। कपड़े दियां दुकानां ने बाजारां विच बने बैठे हुंदे ने बाहर व्यापारी लोग, कपड़ा बेचण वाले, आवाज़ मार मार के कहंदे ने आओ मेरे वाला वधी है। किसे ये तो दुकानदारां दे काम ने वधिया कहना, उन्हां दा काम भी है। बेचारे जे वधिया नहीं कहणगे तो बेचणगे किवें, उन्होंने तो बेचना है। असी कहने मेरे वर्गा कीर्तन, मेरे वर्गी कथा, फिर आपां भी दुकानदार हाँ, व्यापारी हाँ, बेच रहे हैं बस। महाराज कहने ने दुकानदारी का की मुल है, लियाउणा ते बेचना, बस नफा कढ़ना, होर की है। असी फिर व्यापारी बन के रह जाएंगे, पुजारी नहीं कहा सकते। जो जानै मैं कथनी करता, व्यापारी बसदा ज्यों फिरता। जिमें सारी धरती ते व्यापारी अपनी चीज़ां बेचदा फिरदा, असी कथा कीर्तन बेचते फिरदे हैं, क्योंकि हंकारी हो गए भी मेरे वर्गा नहीं होएगा। ये कहो कि गुरु का कीर्तन वधिया, सतगुर ने अज कृपा की है, बड़ा आनंद बनाया है। अगला वचन महाराज कहंदे साध संग जिहे हौमे मारी। जद सच्चे पातशाह ने इन्नियां गल्लां कहियां, जिहड़ा विद्वान ब्राह्मण सतगुर दे चरनां विच जग्यासू रूप च बैठा सुन रहा सी, उहने हथ जोड़ के पुछया सतगुर फिर इहदे तो बचूगा किवें? महाराज कहंदे बचूगा तां जे रब दे प्यारियां दी संगत विच जाएगा, उत्थे जाके अपनी हौमे छड्डूगा, इनू मारूगा अंदरों हंकार नू। साध संग जिहे हौमे मारी, नानक ताको मिले मरारी। ओ परमात्मा नू मिलण दा अधिकारी हुंदा है। नहीं तो ये सब जीव बस हंकार ने सानू तोड़ रखिया परमात्मा नालों। हाँ तो परमात्मा दी अंश, पर अवधि हौमे विच परमात्मा नालों टुटे फिरदे हां, टुटे दूर होए फिरदे हां वाहिगुरू तो। महाराज कहने ने जे उस परमेश्वर नाल जुड़ना है, दोबारे मिलना है, जम्मण मरण मकाउणा है, तो सब तो पहला कारज कर अंदरों हौमे छड्ड दे। परमात्मा दा नाम ते हंकार दोने एक जगह नहीं रह सकते, ये विरोधी ने एक दूजे दे।
ਜਿਵੇਂ ਦੋ ਦੁਸ਼ਮਣ ਇੱਕ ਕਮਰੇ 'ਚ ਨਹੀਂ ਰੱਖੇ ਜਾ ਸਕਦੇ, ਉਹ ਵਿਰੋਧ ਹੈ ਇੱਕ ਦੂਜੇ ਦਾ, ਝਗੜਾ ਕਰ ਹੀ ਲੈਣਗੇ ਕਿਸੇ ਬਹਾਨੇ ਨਾਲ ਕਰਨ। ਜਦ ਦੋ ਵਿਰੋਧੀ ਹੋਣਗੇ ਇੱਕ ਕਮਰੇ ਵਿੱਚ ਬੰਦ ਕਰ ਦਿਓਗੇ, ਕਦੇ ਅੱਡੋ ਅੱਡ ਨਹੀਂ ਬੈਠਣਗੇ, ਕਿਸੇ ਨਾ ਕਿਸੇ ਬਹਾਨੇ ਲੜਾਈ ਕਰ ਲੈਣਗੇ। ਵਿਰੋਧ ਚੀਜ਼ ਹੀ ਇਹੋ ਜਿਹੀ ਹੁੰਦੀ ਹੈ, ਕਿਸੇ ਨਾਲ ਵਿਰੋਧ ਪੈ ਜੇ ਉਹ ਕਹੂਗਾ ਮੇਰੇ ਕੰਨੀ ਝਾਕੀਏ ਜਾਂਦਾ ਵੀ ਹੁਣ ਅੱਖਾਂ ਥੋੜ੍ਹਾ ਭੰਨ ਲਏ ਆਪਦੀਆਂ। ਬਸ ਵਿਰੋਧ ਹੈ, ਅੰਦਰੋਂ ਲੜਾਈ ਦਾ ਕਾਰਨ ਬਣ ਜਾਣਾ। ਪਰਮਾਤਮਾ ਦੇ ਨਾਮ ਦਾ ਤੇ ਹੰਕਾਰ ਦਾ ਵਿਰੋਧ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਜਾਂ ਰੱਬ ਦਾ ਨਾਂ ਰਹੇਗਾ ਜਾਂ ਹੰਕਾਰ ਰਹੇਗਾ, ਕੁਛ ਰੱਖ ਲਓ। ਜੇ ਹਉਮੈ ਛੱਡ ਦਿੱਤੀ ਤਾਂ ਸਹਿਜੇ ਪਰਮਾਤਮਾ ਮਿਲ ਜਾਏਗਾ, ਤੇ ਜੇ ਹਉਮੈ ਰੱਖ ਲਈ ਤਾਂ ਪਰਮਾਤਮਾ ਮਿਲਣਾ ਨਹੀਂ, ਤੇ ਜੰਮਣ ਮਰਨ ਵਿੱਚ ਭਟਕਣਾ ਪੈਣਾ। ਉਹ ਤਾਂ ਚੰਗਾ ਸੀ ਗੋਰਖ ਜੀ ਨੂੰ 7 ਸਾਲਾਂ ਬਾਅਦ ਵੀ ਗਿਆਨ ਮਿਲ ਗਿਆ ਕਮਾਲੀ ਤੋਂ। ਸਾਨੂੰ ਤਾਂ ਇਉਂ ਲੱਗਦਾ ਵੀ 7 ਜਨਮ ਲੰਘ ਜਾਣ ਤਾਂ ਵੀ ਨਹੀਂ ਮੁੜ ਕੇ ਮਿਲਣਾ। ਇਸ ਲਈ ਗੁਰਮੁਖੋ ਸਤਿਗੁਰ ਦੇ ਇਹਨਾਂ ਬਚਨਾਂ ਨੂੰ ਕਮਾਉਣ ਦਾ ਯਤਨ ਕਰਿਆ ਕਰੋ। ਛੱਡ ਦਿਓ ਐਵੇਂ ਹਉਮੈ ਹੰਕਾਰੇ, 4 ਕੁ ਦਿਨਾਂ ਦਾ ਠਾਠਾ ਬਾਗਾ ਜੀ ਹੁੰਦਾ, ਬਾਹਲਾ ਕੁਛ ਨਹੀਂ ਹੈ। ਜਿੱਦੇ ਇਹ ਸਰੀਰ ਮੁੱਕ ਜਾਏਗਾ ਮੁੜ ਕੇ ਇਸ ਵਾਹਿਗੁਰੂ ਪਰਮੇਸ਼ਰ ਨੇ ਮੁੜ ਕੇ ਇਹ ਹਉਮੈ ਵੀ ਨਹੀਂ ਰਹਿਣੀ। ਹੰਕਾਰ ਦੀ ਪ੍ਰਾਪਤੀ ਉਹਨੇ ਕੁ ਦਿਨ ਹੈ ਜਿੰਨੇ ਦਿਨ ਸਰੀਰ ਹੈ। ਇਸ ਲਈ ਆਪਾਂ ਇਹਨਾਂ ਬਚਨਾਂ ਨੂੰ ਕਮਾਉਣਾ ਹੈ। ਆਓ ਹੁਣ ਸਮਾਪਤੀ ਵੱਲ ਨੂੰ ਚਲੀਏ। ਪਾਵਨ ਸ਼ਲੋਕ ਪੜ੍ਹ ਕੇ ਸਤਿਗੁਰ ਦੇ ਪਾਵਨ ਬਚਨਾਂ ਦੇ ਨਾਲ ਜੁੜਨਾ ਕਰੀਏ। ਬਾਕੀ ਵਿਚਾਰਾਂ ਕੱਲ੍ਹ ਨੂੰ ਸਤਿਗੁਰੂ ਕਿਰਪਾ ਕਰਨਗੇ, ਸਰਵਣ ਕਰਾਂਗੇ। ਆਓ ਹੁਣ ਸਮਾਪਤੀ ਵੱਲ ਚਲੀਏ। ਸ਼ਲੋਕ ਪੜ੍ਹੀਏ। ਸਭ ਮਾਈ ਭਾਈ ਰਸਨਾ ਪਾਵਨ ਕਰੋ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।